दोहरा श्री गुजरी के संग मिल छुदत सिंह समुदाय कर मसलत आवत पाए जै बैठे गुर राय। वाहिगुरु जी का खालसा वाहिगुरु जी की फतेह। परम सत्कार ते सन्मानयोग सत संगी जनो, जितनिया भी सब संगतां धन धन श्री गुरु तेग बहादुर साहब महाराज पातशाह जी दे चरण छो प्राप्त गुरुद्वारा श्री दुख निवारण साहब विखे पिछले पैर दे दीवान सज रहे हैं। दीवाना दे अंदर गुरु घर दे कीर्तनी जत्थे दे पासों रब्बी बाणी दा कीर्तन आप जी ने सरवण कीता है। गुर इतिहास दी कथा प्रारंभ हो रही है। पावन इतिहास साहिबे कमाल मर्द अगमड़े शाहे शहनशाह जिन्हां दी बाबत भाई नंद लाल जी दे पावन सोहने शब्द ने ना सुरो मंसूर गुरु गोबिंद सिंह एज दी मंजूर गुरु गोबिंद सिंह हक रा गंजूर गुरु गोबिंद सिंह जुमला फैज़े नूर गुरु गोबिंद सिंह हक हक आगाह गुरु गोबिंद सिंह शाहे शहन शाह गुरु गोबिंद सिंह हक हक आदेश गुरु गोबिंद सिंह बादशाह दरवेश गुरु गोबिंद सिंह। एक शेर भाई नंद लाल ने बा कमाल लिखिया। वैसे तो उन्हां दीयां रचना सारियां ही बा कमाल ने। मेरे प्रीतम जी दी उस्तत लिखी उन्होंने सारी रचना दे विच। जिहड़ा उन्होंने ये शेर लिखिया अपनिया गजलों दे अंदर, कादरे हरकार गुरु गोबिंद सिंह बेकशारा यार गुरु गोबिंद सिंह। किते जोगी अल्लाह यार खाने साहिबे कमाल गुरु गोबिंद सिंह पातशाह जी की उस्तत करदिया होया अपनी कलम चक्की साहिबे कमाल गुरु गोबिंद सिंह पातशाह जी की महिमा लिखन लग पिया। मुसलमान फकीर ऐ सतगुरु गोबिंद तू वो अबर कर्म है, ऐ सतगुरु गोबिंद तू वो अबर हमम है। शानी ना ही तेरा ना दारा है ना जम है, खाता तेरे चरणों की फरीदूं पी कसम। जे लाला दौलत राय ने कलम चक्की ओ लिखन लग गया, ना कहो अब की ना कहो तब की, अगर ना होते गुरु गोबिंद सिंह ता सुनत होती सब। जे भाई संतोख सिंह होना ने कलम चक्की ते उन्हें मेरे प्रीतम दे परथाए एहो जी भरपूर शलांगा कीती। शाए जाती एकता अनेकता बलाए जाती, होवती कुचीलता कतेबा न करान की। पाप पर पक जाते धर्म तसक जाते, वर्ण गरक जाते सहत बधान की। देवी देव देहौरी संतोख सिंगा दूर होती, रीत मिट जाती कथा बेदन परान की। श्री गुरु गोबिंद सिंह पावन परम सुर मूर्त न होती, जो पै करना निदान की।
ਵਿਦਵਾਨਾਂ ਨੇ, ਭਾਵੇਂ ਉਹ ਮੁਸਲਮਾਨ ਰਾਈਟਰ ਹੋਵੇ ਜਾਂ ਕੋਈ ਉਹ ਸਨਾਤਨੀਆ ਹੋਵੇ, ਭਾਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਲਿਖਤ ਰਚਨਾ ਨੂੰ ਲਿਖਣ ਵਾਲਾ ਭਾਈ ਸੰਤੋਖ ਸਿੰਘ ਜੀ ਹੋਵੇ, ਸਾਰਿਆਂ ਨੇ ਬੜੀ ਕਮਾਲ ਦੀਆਂ ਜਿਹੜੀਆਂ ਮਹਿਮਾ ਨੇ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਰਚਨਾਵਾਂ ਲਿਖੀਆਂ। ਉਹਨਾਂ ਦੀ ਪਰਥਾਈ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਉਸਤਤੀ ਲਿਖਦੇ ਰਹੇ। ਤੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਰਦ ਅਗੰਮੜੇ ਸਤਿਗੁਰੂ ਜੀ, ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਦੇ ਵਿੱਚੋਂ ਇੱਕ ਰਚਨਾ ਭਾਈ ਸੰਤੋਖ ਸਿੰਘ ਜੀ ਉਹਨਾਂ ਨੇ ਲਿਖੀ ਹੈ, ਜਿਸ ਗ੍ਰੰਥ ਦਾ ਨਾਮ ਹੈ ਗੁਰ ਪ੍ਰਤਾਪ ਸੂਰਜ ਗ੍ਰੰਥ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸ਼੍ਰੀ ਅਨੰਦਪੁਰ ਸਾਹਿਬ ਆਪਣੇ ਜੀਵਨ ਕਰਕੇ 30 ਸਾਲ ਰਹੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇੰਨਾ ਲੰਬਾ ਅਰਸਾ ਸਤਿਗੁਰੂ ਪਾਤਸ਼ਾਹ ਜੀ ਦੇ ਜਿੱਥੇ ਮਹਿਲ ਹੈ, ਜਿੱਥੇ ਸਾਹਿਬਜ਼ਾਦੇ ਖੇਡਦੇ ਰਹੇ, ਸਤਿਗੁਰੂ ਜੀ ਦੇ ਮਹਿਲ ਰਹੇ, ਜਿੱਥੇ ਅੱਜ ਕਿਲ੍ਹਾ ਫਤਿਹਗੜ੍ਹ ਸਾਹਿਬ ਬਣਿਆ ਹੈ, ਆਪ ਜੀ ਨੇ ਦਰਸ਼ਨ ਕੀਤੇ ਨੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉਹ ਅਸਥਾਨ ਅੱਜ ਸਾਰਾ ਅਨੰਦਪੁਰ ਸਾਹਿਬ ਹੀ ਪਾਵਨ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਦੇ 3 ਦਹਾਕੇ ਲਗਭਗ ਬਤੀਤ ਕੀਤੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਜੀ ਨੂੰ ਛੱਡਣ ਦੀ ਤਿਆਰੀ ਕੀਤੀ, ਮੇਰੇ ਗੁਰਦੇਵ ਕਿਲ੍ਹਾ ਆਨੰਦਗੜ੍ਹ ਸਾਹਿਬ ਆ ਕੇ ਬਿਰਾਜਮਾਨ ਹੋ ਗਏ। ਮੇਰੇ ਹਜੂਰ ਜੀ ਨੇ ਜਿਹੜੇ 5 ਕਿਲੇ ਬਣਵਾਏ, ਗੁਰਮਖੋ ਜਿਨ੍ਹਾਂ ਵਿੱਚੋਂ ਇੱਕ ਕਿਲ੍ਹਾ ਤਾਰਾਗੜ੍ਹ ਸਾਹਿਬ ਹੈ। ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਅਸੀਂ ਦਰਸ਼ਨ ਕਰਦੇ ਹਾਂ ਤੇ ਬਿਲਕੁਲ ਹੀ ਚੜ੍ਹਦੇ ਪਾਸੇ ਨੂੰ ਅਸੀਂ ਜਾਈਏ, 2.5 ਕੋਹ ਦੀ ਦੂਰੀ ਤੇ ਤਾਰਾਗੜ੍ਹ ਸਾਹਿਬ ਕਿਲ੍ਹਾ ਹੈ। ਇਤਿਹਾਸਕਾਰ ਲਿਖਦੇ ਨੇ ਉੱਥੇ 500 ਬ੍ਰਹਮ ਗਿਆਨੀ ਮਹਾਂਪੁਰਖ ਇੱਕੇ ਸਮੇਂ ਉੱਥੇ ਰਿਹਾ ਕਰਦੇ ਸਨ। ਇਹੋ ਜਿਹੇ ਸਾਧੂ ਜਿੱਥੇ ਮਹਾਰਾਜ ਪਾਤਸ਼ਾਹ ਜੀ ਨੇ ਤਾਰਾਗੜ੍ਹ ਕਿਲ੍ਹਾ ਬਣਾਉਣ ਦਾ ਕਾਰਨ ਕੀ, ਜਿਹੜੇ ਪਹਾੜੀਏ ਰਾਜੇ ਸਨ, ਕੇਸਰੀ ਚੰਦ ਵਰਗੇ, ਦੁਨੀ ਚੰਦ ਵਰਗੇ, ਉਹ ਜਿੰਨੇ ਵੀ ਪਹਾੜੇ ਰਾਜੇ ਸਨ, ਉਹ ਹਮਲਾਵਰ ਬਣ ਕੇ ਆਉਣ ਤੇ ਸਾਡਾ ਇੱਥੋਂ ਚੰਗੀ ਤਰ੍ਹਾਂ ਜਿਹੜਾ ਖਾਲਸਾ ਹੈ ਉਹ ਪਹਾੜੀ ਰਾਜਿਆਂ ਦਾ ਮੁਕਾਬਲਾ ਕਰ ਸਕੇ, ਉੱਥੋਂ ਦੀ ਜਿਹੜੀ ਸੂਹ ਹੈ ਸਾਨੂੰ ਚੰਗੀ ਤਰ੍ਹਾਂ ਦੇ ਸਕੇ। ਸਤਿਗੁਰੂ ਜੀ ਦਾ ਲੋਹਗੜ੍ਹ ਦਾ ਕਿਲ੍ਹਾ, ਜਿੱਥੇ ਮੇਰੇ ਕਲਗੀਆਂ ਵਾਲੇ ਦੇ ਸ਼ਸਤਰ ਬਸਤਰ ਤਿਆਰ ਹੁੰਦੇ ਸਨ ਫੌਜਾਂ ਨੂੰ ਸਨਬੱਧ ਕਰਨ ਵਾਸਤੇ। ਸਤਿਗੁਰੂ ਪਾਤਸ਼ਾਹ ਜੀ ਦਾ ਕਿਲ੍ਹਾ ਆਨੰਦਗੜ੍ਹ ਸਾਹਿਬ, ਜਿਹੜਾ ਮਹਾਰਾਜ ਪਾਤਸ਼ਾਹ ਜੀ ਛੱਡਣ ਦੀ ਤਿਆਰੀ ਦੇ ਵਿੱਚ ਹਨ। ਆਓ ਖਾਲਸਾ ਜੀ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲੇ ਸਿੱਖ ਆ ਕੇ ਜਗਤ ਮਾਤਾ ਗੁਜਰੀ ਜੀ ਦੇ ਨਾਲ ਕੁਝ ਜਿਹੜਾ ਸਲਾਹ ਹੈ, ਮਸ਼ਵਰਾ ਹੈ, ਉਹ ਸਾਰਾ ਭਾਈ ਸੰਤੋਖ ਸਿੰਘ ਜੀ ਆਪ ਜੀ ਨੂੰ ਦੱਸ ਰਹੇ ਹਨ। ਆਪਾਂ ਤਾਂ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ ਬਜ਼ੁਰਗਾਂ ਦੀਆਂ, ਜਿਹੜਾ ਸਾਡੇ ਤੇ ਮਹਾਨ ਪਰਉਪਕਾਰ ਕਰਕੇ ਗਏ ਨੇ, ਸਾਨੂੰ ਇਹ ਖਜ਼ਾਨਾ ਦੇ ਕੇ ਗਏ ਨੇ ਸਾਡੇ ਬਜ਼ੁਰਗ ਰਾਜ ਕਵੀ ਭਾਈ ਸੰਤੋਖ ਸਿੰਘ ਜੀ, ਉਹਨਾਂ ਦੀਆਂ ਲਿਖਤਾਂ ਦੇ ਆਪਾਂ ਤਾਂ ਅਰਥ ਹੀ ਕਰ ਸਕਦੇ ਹਾਂ। ਪਰ ਜਿਹੜਾ ਉਹਨਾਂ ਨੇ ਦ੍ਰਿਸ਼ਟੀ ਦੇ ਨਾਲ, ਉਹਨਾਂ ਨੇ ਅਨੁਭਵੀ ਗਿਆਨ ਦੇ ਨਾਲ ਇਹ ਗ੍ਰੰਥ ਤਿਆਰ ਕੀਤਾ, ਕੋਈ ਹੈ ਦੁਨੀਆ ਦਾ ਐਡਾ ਵੱਡਾ ਲਿਖਾਰੀ, ਐਡਾ ਵੱਡਾ ਕਵੀ? ਅੱਜ ਤਾਂ ਸਮੇਂ ਦੀ ਗੱਲ ਹੈ, ਥੋੜੇ ਜੇ ਅਪਗ੍ਰੇਡ ਥੋੜੇ ਜੇ ਜ਼ਿਆਦੇ ਹੋ ਗਏ ਲੋਕ, ਉਹ ਅਪਗ੍ਰੇਡਾਂ ਕਰਕੇ ਅੱਜ ਤਾਂ ਹਰੇਕ ਚੀਜ਼ ਤੇ ਕਿੰਤੂ ਕਰਨਾ ਤਾਂ ਬੜਾ ਸੌਖਾ ਹੈ। ਕਿੰਤੂ ਤਾਂ ਕਿਹਦੇ ਤੇ ਮਰਜ਼ੀ ਕਰ ਦੇਵੇ, ਭਰੋਸਾ ਰੱਖਣਾ ਬੜਾ ਔਖਾ ਹੈ, ਵਿਸ਼ਵਾਸ ਰੱਖਣਾ ਬੜਾ ਔਖਾ ਹੈ। ਖੰਡਨ ਤਾਂ ਜਦੋਂ ਮਰਜ਼ੀ ਕਰ ਦਿਓ,
ਖੰਡਨ ਕਰਨਾ ਕੋਈ ਔਖੀ ਗੱਲ ਥੋੜੋ ਆ। ਖੰਡਨ ਤਾਂ ਜੇ ਬੇਟਾ ਕਹੇ ਮੈਂ ਤੈਨੂੰ ਪਿਓ ਨਹੀਂ ਮੰਨਦਾ ਆਪਦਾ, ਬੇਟੇ ਦਾ ਕਰ ਵੀ ਕੀ ਸਕਦਾ ਏ। ਪਿਓ ਕਹਿੰਦਾ ਭਰਾਵਾ ਤੇਰੀ ਮਰਜ਼ੀ ਨਾ ਮੰਨ। ਖੰਡਨ ਤਾਂ ਲੋਕ ਆਪਣੇ ਪਿਤਾ ਤੇ ਵੀ ਕਰ ਦਿੰਦੇ ਆ, ਪਰ ਮੰਨਣ ਕਰਨਾ ਬੜਾ ਔਖਾ, ਵਿਸ਼ਵਾਸ ਰੱਖਣਾ ਮੰਨਣਾ ਬੜਾ ਔਖਾ ਹੈ। ਗੱਲ ਸਿੱਖੀ ਆ ਗੁਰਮੁਖੋ ਭਰੋਸੇ ਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਅਸੀਂ ਪੜ੍ਹਦੇ ਆ। ਭਾਈ ਸਾਹਿਬ ਜੀ ਕਹਿੰਦੇ ਜਦੋਂ ਭਰੋਸਾ ਟਿਕ ਗਿਆ ਤੇ ਸਿੱਖੀ ਹੈ, ਜੇ ਭਰੋਸਾ ਨਹੀਂ ਹੈਗਾ ਤੇ ਫਿਰ ਸਿੱਖੀ ਵੀ ਨਹੀਂ ਗੀ। ਭਰੋਸਾ ਰੱਖਿਆ ਤੇ ਆਰੇ ਨਾਲ ਚੀਰੇ ਗਏ, ਭਰੋਸਾ ਰੱਖਿਆ ਤੇ ਬੰਦ ਕਟਾਏ ਗਏ, ਭਰੋਸਾ ਰੱਖਿਆ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਿੰਘਾਂ ਨੇ ਤੇ 40 ਸਿੰਘ ਸ਼ਹੀਦ ਹੋ ਗਏ ਚਮਕੌਰ ਦੀ ਗੜੀ ਦੇ ਵਿੱਚ। ਇਹੋ ਜਿਹੇ ਪਿਆਰੇ ਜਾਣ ਤੋਂ ਜਿਹੜੇ ਸਾਹਮਣੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾ ਦਿੰਦਾ ਗੁਰੂ, ਜਾਣ ਤੋਂ ਪਿਆਰੇ ਆਪਣੇ ਖਾਲਸੇ ਨੂੰ ਸ਼ਹੀਦ ਕਰਵਾ ਦਿੰਦਾ। ਉਸ ਗੁਰੂ ਸਾਹਿਬ ਕਮਾਲ ਸਤਿਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਪ੍ਰਾਰੰਭ ਹੋ ਰਿਹਾ ਹੈ। ਆਓ ਮਨ ਦੀ ਇਕਾਗਰਤਾ ਬਣਾਓ, ਜਿਤਨਾ ਵੀ ਆਪਣੇ ਕੋਲੇ ਸਮਾਂ ਹੈ ਆਪਾਂ ਸਾਰੇ ਇਕਾਗਰਤਾ ਦੇ ਨਾਲ ਇਹ ਪਾਵਨ ਇਤਿਹਾਸ ਨੂੰ ਸਰਵਣ ਕਰੀਏ ਜੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਜਰੀ ਕੇ ਸੰਗ ਮਿਲ ਛੁਦਤ ਸਿੰਘ ਸਮੁਦਾਏ। ਸਾਰੇ ਸਿੰਘ ਭੁੱਖੇ ਹਨ ਖਾਲਸਾ ਜੀਓ। ਮਾਤਾ ਜੀ ਧੰਨ ਧੰਨ ਮਾਤਾ ਗੁਜਰੀ ਦੇ ਨਾਲ ਮਿਲ ਕਰਕੇ ਜੀ। ਕਰ ਮਸਲਤ ਆਵਤ ਪਏ ਜੈ ਬੈਠੇ ਗੁਰ ਰਾਏ। ਮਾਤਾ ਗੁਜਰੀ ਜੀ ਦੇ ਨਾਲ ਮਸਲਤ ਕਰ ਲਈ, ਸਲਾਹ ਕਰ ਲਈ। ਮਾਤਾ ਜੀ 9 ਮਹੀਨੇ ਲਗਭਗ ਹੋ ਚੁੱਕੇ ਨੇ ਸ਼੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾ ਕੇ। ਪਹਾੜੀਏ ਰਾਜੇ, ਮੁਗਲ ਰਾਜੇ, ਜਿੰਨੇ ਸੂਬੇਦਾਰ ਸਨ, ਸਾਰਿਆਂ ਨੇ ਭੁੱਖੇ ਪਿਆਸੇ ਨੇ, ਸੰਗਤ ਤ੍ਰੇ ਦੇ ਨਾਲ ਵਿਲਕ ਰਹੇ ਨੇ। ਐਡਾ ਵੱਡਾ ਅਰਸਾ ਸਾਰਿਆਂ ਦੇ ਨਾਲ ਮਾਤਾ ਜੀ ਦੇ ਨਾਲ ਸਲਾਹ ਕਰਕੇ, ਜਿੱਥੇ ਮੇਰੇ ਸ਼ਾਹੇ ਸ਼ਹਿਨਸ਼ਾਹ ਪ੍ਰੀਤਮ ਮਰਦਾ ਗਮੜੇ ਸਤਿਗੁਰੂ ਜੀ ਬੈਠੇ ਸਨ, ਹੁਣ ਮਾਤਾ ਗੁਜਰੀ ਜੀ ਨੂੰ ਨਾਲ ਲੈ ਲਿਆ। ਨਾਲ ਲੈ ਕੇ ਮੇਰੇ ਕਲਗੀਧਰ ਪ੍ਰੀਤਮ ਜੀ ਦੇ ਕੋਲੇ ਸਾਰਾ ਖਾਲਸਾ ਸਿੰਘ ਆ ਕੇ ਪਹੁੰਚ ਗਏ ਜੀ। ਚੋਪਈ ਪੂਰਬ ਸਿੱਖਨ ਬਿਨੇ ਬਖਾਨੀ। ਹਾਂਜੀ, ਪੂਰਬ ਕਹਿੰਦੇ ਪਹਿਲਾਂ ਹੀ ਜਿਹੜੇ ਸਿੱਖਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲੇ ਜਿਹੜੀ ਬਿਨਾਂ ਬੇਨਤੀ ਸੀ ਬਖਾਨੀ ਕਹਿਣਾ ਕੀਤੀ ਜੀ। ਸਤਿਗੁਰ ਕੀ ਜੇ ਕਿਰਪਾ ਮਹਾਨੀ। ਇਹ ਸਤਿਗੁਰੂ ਪਾਤਸ਼ਾਹ ਜੀ ਸਾਡੇ ਉੱਤੇ ਤੁਸੀਂ ਜਿਹੜੀ ਮਹਾਨ ਕਿਰਪਾ ਕਰੋ ਜੀ। ਆਪਣੇ ਜਾਨ ਪ੍ਰਾਨ ਦਿਓ ਦਾਨਾ। ਮਹਾਰਾਜ ਜਿਹੜੇ ਸਾਡੇ ਪ੍ਰਾਣ ਨੇ ਉਹਨਾਂ ਦਾ ਕਿਰਪਾ ਕਰਕੇ ਦਾਨ ਦੇਣਾ ਕਰੋ। ਮਤੋ ਜੰਗ ਕੋ ਕਰੀਏ ਹਾਨਾ। ਮਹਾਰਾਜ ਜੀ ਇਹ ਜਿਹੜੀ ਜੰਗ ਹੈ ਇਹਦੇ ਵਿੱਚ ਮਤਾ ਹੈ ਪ੍ਰਾਣਾਂ ਦਾ ਹਾਨ ਕਰੋ, ਨਾਸ ਕਰੋ ਜੀ। ਇਸ ਕਰਕੇ ਪ੍ਰਾਣਾਂ ਨੂੰ ਬਚਾ ਲੈਣਾ ਕਰੋ ਜੀ। ਦਾਇਆ ਬੌਰ ਖਾਲਸੇ ਕੇਰਾ। ਇਹ ਸਿੱਖ ਕਹਿਣ ਲੱਗੇ ਮਹਾਰਾਜ ਖਾਲਸੇ ਦੇ ਕੋਲੇ ਬੜਾ ਵੱਡਾ ਦਾ ਪੇਚ ਹੈ, ਦਾ ਪੇਚ ਵਰਤ ਕੇ ਖਾਲਸਾ ਲੰਘ ਸਕਦਾ ਹੈ। ਲਰੇ ਸਮਾਜ ਬਟੋਰ ਬਡੇਰਾ। ਵੱਡਾ ਸਾਜੋ ਸਮਾਨ ਖਾਲਸਾ ਇਕੱਠਾ ਕਰ ਲਵੇਗਾ। ਬਾਅਦ ਵਿੱਚ ਜਿਹੜੀਆਂ ਇਹ ਔਰੰਗਜ਼ੇਬ ਦੀਆਂ ਫੌਜਾਂ ਨੇ ਉਹਦੇ ਨਾਲ ਜੰਗ ਕਰੇਗਾ, ਖਾਲਸਾ ਜ਼ਰੂਰ ਲੜੇਗਾ, ਪਰ ਸਾਜੋ ਸਮਾਨ ਇਕੱਠਾ ਕਰ ਲਵੇਗਾ ਜੀ। ਜੰਗਲ ਚਲੋ ਮਵਾਸੀ ਮਹਾ। ਸਿੱਖ ਕਹਿਣ ਲੱਗੇ ਮਹਾਰਾਜ ਜੰਗਲ ਦੇਸ਼ ਵਿੱਚ ਚੱਲੋ। ਮਾਲਵੇ ਨੂੰ ਜੰਗਲ ਕਹਿੰਦੇ ਸੀਗੇ। ਆ ਸਾਡਾ ਹਰਾ ਪਟਿਆਲਾ ਏਰੀਆ ਜਾਂ ਜਿਤਨਾ ਵੀ ਫਿਰੋਜ਼ਪੁਰ ਏਰੀਆ ਹੈ ਉਹ ਸਾਰੇ ਦਾ ਸਾਰਾ ਮਾਲਵਾ ਹੀ ਦੇਸ਼ ਹੈ ਨਾ। ਉੱਥੇ ਚੱਲੋ ਮਹਾਰਾਜ ਪਾਤਸ਼ਾਹ ਜੀ। ਇਸ਼ਾਰਾ ਸੀਗਾ ਲੱਖੀ ਜੰਗਲ ਵੱਲ, ਮੁਕਤਸਰ ਸਾਹਿਬ ਵੱਲ। ਇੱਧਰ ਮਹਾਰਾਜ ਪਾਤਸ਼ਾਹ ਜੀ ਚੱਲੋ, ਉੱਥੇ ਬਹੁਤ ਆਪ ਜੀ ਦੇ ਸੁਰੱਖਿਅਤ ਪ੍ਰਬੰਧ ਹੇਠ ਆਪ ਜੀ ਨੂੰ ਸਿੱਖ ਰੱਖਣਗੇ। ਪਹੁੰਚ ਨ ਸਕੇ ਤੁਰਕ ਦਲ ਜਹਾਂ। ਮਹਾਰਾਜ ਜਿਹੜਾ ਤੁਰਕਾਂ ਦਾ ਢਿੱਡੇ ਦਲ ਆ ਉੱਥੇ ਨਹੀਂ ਪਹੁੰਚ ਸਕੇਗਾ ਜੀ। ਇਹਾਂ ਦੁਰਗ ਮੈਂ ਨਿਬਰਿਓ ਸਰਬ। ਮਹਾਰਾਜ ਇਸੇ ਕਿਲੇ ਦੇ ਵਿੱਚ ਬਹੁਤ ਕੁਝ ਖਤਮ ਕਰ ਬੈਠਾਂਗੇ।
ਅੰਨ ਨ ਪ੍ਰਾਪਤ ਖਰਚੇ ਦਰਬ ਮਹਾਰਾਜ ਅੰਨ ਪ੍ਰਾਪਤ ਨਹੀਂ ਹੋ ਰਿਹਾ ਤੇ ਬੜਾ ਜਿਹੜਾ ਧਨ ਉਹ ਵੀ ਖਰਚਿਆ ਗਿਆ ਜੀ। ਅਪਰ ਸਮਗਰੀ ਕਿਮ ਕਰ ਆਵੇ ਮਹਾਰਾਜ ਜੀ ਜਿਹੜੀ ਹੋਰ ਸਮਗਰੀ ਹੈ ਖਾਣ ਪੀਣ ਦੇ ਭੋਜਨ ਪਦਾਰਥ ਹੈ ਸਾਰਾ ਤਾਂ ਘੇਰਾਬੰਦੀ ਕੀਤੀ ਹੈ ਮੁਗਲਾਂ ਨੇ ਪਹਾੜੀ ਰਾਜਿਆਂ ਨੇ। ਮਹਾਰਾਜ ਹੋਰ ਸਮਗਰੀ ਕਿੱਥੋਂ ਆਉਣੀ ਹੈ? ਬਿਤਿਓ ਸਮੇਂ ਬਹੁ ਜੰਗ ਮਚਾਵੇ ਮਹਾਰਾਜ ਜਦੋਂ ਬਤੀਤ ਸਮਾਂ ਹੋ ਗਿਆ ਬਹੁਤ ਜ਼ਿਆਦਾ ਜੰਗ ਮਚਾਵੇਗਾ ਜੀ। ਨਿਕਸੇ ਹੋਏ ਬਹੁ ਬਿਦ ਕਲਿਆਣ ਮਹਾਰਾਜ ਇਹਦੇ ਵਿੱਚ ਹੀ ਕਲਿਆਣ ਭਲੀ ਹੈ ਵੀ ਆਪਾਂ ਤਰੀਕੇ ਦੇ ਨਾਲ ਇਸ ਕਿਲੇ ਵਿੱਚੋਂ ਨਿਕਲ ਚੱਲੀਏ ਜੀ। ਹੋਏ ਸਰਬ ਕੁਛ ਬਚੇ ਜੇ ਪ੍ਰਾਨ ਤੇ ਮਹਾਰਾਜ ਜੇ ਕਰਕੇ ਸਾਡੇ ਪ੍ਰਾਣ ਬਚ ਜਾਣ ਤੇ ਸਭ ਕੁਝ ਹੀ ਅਸੀਂ ਪ੍ਰਾਪਤ ਕਰ ਲਵਾਂਗੇ। ਛੋਦਾ ਕਸ਼ਟ ਤੇ ਜੇ ਮਰ ਗਏ ਮਹਾਰਾਜ ਜੇ ਭੁੱਖ ਦੀ ਵਿਆਕਲਤਾ ਦੇ ਨਾਲ ਜਿਹੜੇ ਸਿੱਖ ਕਹਿੰਦੇ ਮਹਾਰਾਜ ਮਰ ਗਏ ਤਾਂ ਪੁੰਨ ਕੋ ਲਰੇ ਖਾਕ ਹਮ ਤੇ ਪਏ ਮਹਾਰਾਜ ਫਿਰ ਕਿਵੇਂ ਲੜਾਂਗੇ ਤੇ ਸਾਰੇ ਮਿੱਟੀ ਦੇ ਵਿੱਚ ਖਾਕ ਦੇ ਵਿੱਚ ਹੀ ਮਿਲ ਜਾਵਾਂਗੇ ਜੀ। ਦਿਓ ਸਿਖਨ ਕੋ ਹਿਤ ਕਰਕੇ ਮਹਾਰਾਜ ਇਸ ਕਰਕੇ ਸਿੱਖਾਂ ਦੇ ਨਾਲ ਪ੍ਰੇਮ ਕਰਕੇ ਨਾ ਤੇ ਮਹਾਰਾਜ ਪਾਤਸ਼ਾਹ ਜੀ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਜੀ ਨੂੰ ਤਿਆਗ ਚੱਲੀਏ ਜੀ। ਕਾਲੀ ਕਾਲ ਖੇਦ ਬੋ ਭਰ ਕੇ ਮਹਾਰਾਜ ਬਹੁਤ ਦੁੱਖ ਦਾ ਨਾਲ ਦੁੱਖ ਭਰ ਕੇ ਬਹੁਤ ਘਾਲਣਾ ਕੀਤੀ ਹੈ। ਅਬੇ ਬਿਦਾਵਾ ਨਾਏ ਲਿਖਾਵੋ ਸਿੱਖ ਕਹਿੰਦੇ ਮਹਾਰਾਜ ਹੁਣ ਸਾਡੇ ਕੋਲ ਇੰਨੀ ਨੌਬਤ ਨਾ ਆ ਜਾਵੇ ਵੀ ਕਦੇ ਸਾਨੂੰ ਬਦਾਵਾ ਹੀ ਲਿਖਣਾ ਪੈ ਜਾਵੇ ਜੀ। ਖਾਰਜ ਸਿੱਖੀ ਤੇ ਨਾ ਕਰਾਵੋ ਕਿਤੇ ਸਾਨੂੰ ਤੁਸੀਂ ਸਿੱਖੀ ਦੇ ਵਿੱਚੋਂ ਖਾਰਜੀ ਨਾ ਕਰ ਦੇਵੋ ਸਤਿਗੁਰੂ ਪਾਤਸ਼ਾਹ ਜੀ। ਬਦਾਵਾ ਨਾ ਕਿਤੇ ਸਾਨੂੰ ਲਿਖਣਾ ਪੈ ਜਾਵੇ ਕਿਤੇ ਸਾਨੂੰ ਸਿੱਖੀ ਦੇ ਵਿੱਚੋਂ ਤੁਸੀਂ ਖਾਰਜੀ ਨਾ ਕਰ ਦੇਵੋ ਜੀ। ਛੋਦਾ ਕਸ਼ਟ ਤੇ ਲਿਖ ਕਰ ਦੇਂਗੇ ਇਸ ਦਿਨ ਇਹੀ ਚੱਲਦੇ ਰਹੇ ਤੇ ਫਿਰ ਜਦੋਂ ਭੁੱਖ ਤੇ ਵਿਆਕਲਤਾ ਦੇ ਨਾਲ ਅਸੀਂ ਬਦਾਵਾ ਵੀ ਲਿਖ ਦੇਵਾਂਗੇ ਜੀ। ਪ੍ਰਾਨ ਬਚਾਵਨ ਹੇਤ ਚਾਹਾਂਗੇ ਬਸ ਅਸੀਂ ਪ੍ਰਾਣਾਂ ਨੂੰ ਬਚਾਉਣ ਵਾਸਤੇ ਕੁਝ ਵੀ ਲਿਖ ਦੇਵਾਂਗੇ ਜੀ। ਮਰਨ ਲਗਿਓ ਨਰ ਕਿਆ ਨ ਕਰੇ ਕਹਿੰਦੇ ਮਹਾਰਾਜ ਜੇ ਕੋਈ ਬੰਦੇ ਦੀ ਮੌਤ ਆਉਂਦੀ ਹੋਵੇ ਤੇ ਫਿਰ ਬੰਦਾ ਕੀ ਨਹੀਂ ਕਰਦਾ ਵਿਆ ਸਭ ਕੁਝ ਹੀ ਕਰਦਾ ਹੈ ਨਾ। ਇਸ ਕਰਕੇ ਹੁਣ ਮੌਤ ਆ ਰਹੀ ਹੈ ਸਾਹਮਣੇ ਦਿਸ ਰਹੀ ਹੈ ਤੇ ਹੁਣ ਮਾਰਨ ਲੱਗਿਆ ਕੀ ਨਹੀਂ ਕਰਾਂਗੇ ਸਭ ਕੁਝ ਹੀ ਕਰਾਂਗੇ ਜੀ। ਜੀਵਨ ਹੇਤ ਸਰਬ ਪਰ ਹਰੇ ਕਹਿੰਦੇ ਜਿਉਣ ਵਾਸਤੇ ਕਹਿੰਦੇ ਸਭ ਕੁਝ ਹੀ ਨਾਸ ਕਰ ਦੇਵਾਂਗੇ। ਆਪਨ ਪੰਥ ਕੇ ਬਨੋ ਸਹਾਏ ਸਿੱਖ ਕਹਿਣ ਲੱਗੇ ਮਹਾਰਾਜ ਹੁਣ ਤੁਸੀਂ ਆਪਣੇ ਖਾਲਸਾ ਪੰਥ ਦੀ ਆਪ ਹੀ ਸਹਾਇਤਾ ਕਰੋ। ਲਿਓ ਕਸ਼ਟ ਤੇ ਪ੍ਰਾਨ ਬਚਾਏ ਮਹਾਰਾਜ ਇਹ ਕਸ਼ਟ ਜਿਹੜਾ ਭੁੱਖ ਦਾ ਹੈ ਇਹਦੇ ਕਿਰਪਾ ਕਰਕੇ ਪ੍ਰਾਣਾਂ ਨੂੰ ਬਚਾ ਲੈਣਾ ਕਰੋ। ਸੁਨ ਕਰ ਦੀਨ ਬੈਨ ਗੁਰ ਬੋਲੇ ਹਾਂ ਬਈ ਕਹਿੰਦੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸ਼ਾਹੇ ਸ਼ਹਿਨਸ਼ਾਹ ਮੇਰੇ ਗੁਰੂ ਪ੍ਰੀਤਮ ਮਰਦ ਅਗੰਮੜੇ ਸਤਿਗੁਰੂ ਪਾਤਸ਼ਾਹ ਜੀ ਸਿੱਖਾਂ ਦੀਆਂ ਬੇਨਤੀਆਂ ਸੁਣ ਕੇ ਮੇਰੇ ਹਜੂਰ ਜੀ ਬੋਲੇ ਜੀ। ਧੀਰਜ ਤਰੋ ਨਹੀਂ ਮਨ ਡੋਲੇ ਮਹਾਰਾਜ ਜੀ ਕਹਿੰਦੇ ਕਿਉਂ ਮਨ ਡੁਲਾ ਰਹੇ ਹੋ? ਸਿੱਖੋ ਥੋੜਾ ਜਿਹਾ ਧੀਰਜ ਰੱਖੋ ਥੋੜਾ ਜਿਹਾ ਹੌਸਲਾ ਰੱਖੋ ਜੀ। ਹਮ ਤੁਮਰੇ ਸੁਖੋਂ ਕੋ ਚਾਏ ਮਹਾਰਾਜ ਜੀ ਕਹਿੰਦੇ ਅਸੀਂ ਕੋਈ ਤੁਹਾਡੇ ਦੁਸ਼ਮਣ ਆ? ਅਸੀਂ ਵੀ ਤਾਂ ਤੁਹਾਡੇ ਸਿੱਖੋ ਖਾਲਸਾ ਜੀ ਸੁੱਖ ਨੂੰ ਚਾਹ ਰਹੇ ਆ ਨਾ। ਤੇ ਤਾਈਓ ਤਾਂ ਮਹਾਰਾਜ ਪਾਤਸ਼ਾਹ ਜੀ ਦੇ ਵਚਨ ਅਸੀਂ ਪੜ੍ਹਦੇ ਆ। ਮਹਾਰਾਜ ਜੀ ਕਹਿੰਦੇ ਖਾਲਸੋ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੇ ਪਿੰਡ ਪ੍ਰਾਨ। ਮਹਾਰਾਜ ਜੀ ਕਹਿੰਦੇ ਮੇਰੇ ਸਰੀਰ ਦੇ ਪ੍ਰਾਨ ਹੈ ਖਾਲਸਾ ਤਾਂ। ਖਾਲਸਾ ਜੀ ਮਹਾਰਾਜ ਪਾਤਸ਼ਾਹ ਜੀ ਨੇ ਇੱਥੋਂ ਤੱਕ ਸ਼ਬਦ ਕਹਿ ਦੇਨੇ ਮੇਰੀ ਜਾਨ ਕੀ ਜਾਨ ਜਿਹਦੇ ਮੇਰੇ ਸਰੀਰ ਵਿੱਚ ਸਵਾਸ ਹੈ ਜਾਨ ਹੈ ਇਹ ਵੀ ਮੇਰੀ ਖਾਲਸਾ ਦੀ ਰੂਪ ਹੀ ਹੈ ਦੂਸਰਾ ਰੂਪ ਹੀ ਹੈ। ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੋਲੇ ਮਹਾਰਾਜ ਜੀ ਕਹਿੰਦੇ ਅਸੀਂ ਤੁਹਾਡੇ ਸੁੱਖ ਨੂੰ ਕਿਉਂ ਨਹੀਂ ਚਾਹੁੰਦੇ ਅਸੀਂ ਤੁਹਾਡੇ ਸੁੱਖ ਵਾਸਤੇ ਹੀ ਹਾਂ। ਨੈ ਜਾਨੋ ਇਹ ਛਲੀ ਮਹਾ ਹੈ ਮਹਾਰਾਜ ਜੀ ਕਹਿੰਦੇ ਸਿੱਖੋ ਤੁਸੀਂ ਨਹੀਂ ਜਾਣਦੇ ਇਹ ਤੁਰਕ ਜਿਹੜੇ ਆ ਨਾ ਇਹ ਜਿੰਨੇ ਪਹਾੜੀਏ ਰਾਜੇ ਆ ਬੜੇ ਵੱਡੇ ਛਲੀਏ ਨੇ ਛਲ ਕਰਨ ਵਾਲੇ ਨੇ ਫਰੇਬ ਕਰਨ ਵਾਲੇ ਧੋਖਾ ਕਰਨ ਵਾਲੇ ਹਨ। ਗੁਜਰੇ ਬੁਰਾ ਤੁਮਾਰੇ ਸਿਰ ਪਰ ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ ਤੁਹਾਡੇ ਸਿਰ ਪਰ ਬਹੁਤ ਭਿਆਨਕ ਸਮਾਂ ਗੁਜ਼ਰ ਰਿਹਾ ਏ ਜਿਹੜੇ ਤੁਸੀਂ ਗੁਰੂ ਦੇ ਨਾਲ ਸਵਾਲ ਜਵਾਬ ਕਰ ਰਹੇ ਹੋ। ਜਿਹੜਾ ਤੁਸੀਂ ਗੁਰੂ ਦੇ ਨਾਲ ਸਵਾਲ ਜਵਾਬ ਕਰਦੇ ਹੋ ਨਾ ਇਹ ਸਮਾਂ ਬੜਾ ਗੁਜ਼ਰ ਰਿਹਾ ਭੈੜਾ ਸਮਾਂ ਗੁਜ਼ਰ ਰਿਹਾ ਹੈ। ਚਾਹੋ ਬਚਾਵਨ ਤਿਸ ਤੇ ਹਿਤ ਧਰ ਮਹਾਰਾਜ ਜੀ ਕਹਿੰਦੇ ਤੁਹਾਨੂੰ ਇਸ ਬੁਰੇ ਸਮੇਂ ਤੋਂ ਮੈਂ ਬਚਾਉਣਾ ਚਾਹਣਾ ਪ੍ਰੇਮ ਧਾਰ ਕੇ
कितक काल इम और बितावो। ਮੇਰੇ ਹਜੂਰ ਜੀ ਕਹਿੰਦੇ ਸਿੱਖੋ ਕੁਝ ਕੁ ਸਮਾਂ ਆਨੰਦਪੁਰ ਸਾਹਿਬ ਕਿਲੇ ਵਿੱਚ ਸਮਾਂ ਜਿਹੜਾ ਬਤਾਵੋ, ਬਤੀਤ ਕਰੋ ਜੀ। पुन मन पावत भोजन खावो। ਫਿਰ ਜਿਹੜੇ ਤੁਹਾਨੂੰ ਮਨ ਭਾਉਂਦੇ ਜਿਹੜੇ ਭੋਜਨ ਹੈ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਪ੍ਰਾਪਤ ਹੋਣਗੇ ਤੇ ਤੁਸੀਂ ਰੱਜ ਰੱਜ ਕੇ ਖਾਵੋ ਜੇ। ਹਾਂਜੀ बासुर 20 के बसो 19। ਮਹਾਰਾਜ ਜੀ ਕਹਿੰਦੇ ਖਾਲਸਾ ਜੀ ਤੁਸੀਂ 20 ਦਿਨ ਰਹੋ ਇੱਥੇ, ਬਸ 20 ਦਿਨ ਸਾਡਾ ਬਚਨ ਮੰਨ ਲਓ। ਜਦੋਂ ਨੀਵੀਆਂ ਪਾਲੀਆਂ ਨਾ ਸਿੱਖਾਂ ਨੇ ਮਹਾਰਾਜ ਜੀ ਕਹਿੰਦੇ ਉਹ ਭਲੇ 19 ਦਿਨ ਹੀ ਰਹਿ ਪੋ, ਜੇ 20 ਦਿਨ ਨਹੀਂ ਤੇ 19 ਦਿਨ ਹੀ ਟਿਕ ਜਾਵੋ ਜੀ। कै 18 सिमरो जगदीश। ਕਹਿਣ ਲੱਗੇ ਜਦੋਂ ਸਿੱਖਾਂ ਵੱਲੋਂ ਫੇਰ ਵੀ ਕੋਈ ਜਵਾਬ ਨਹੀਂ ਆਇਆ ਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ 18 ਦਿਨ ਹੀ ਟਿਕ ਜੋ ਭਲਿਓ। किदो सपत 10 खोड़स रहो। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹ ਜੇ 18 ਨਹੀਂ ਤੇ ਸਪਤ 17 ਦਿਨ ਹੀ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਟਿਕ ਜੋ ਤੇ ਫੇਰ ਵੀ ਨੀਵੀਆਂ ਮਹਾਰਾਜ ਜੀ ਕਹਿੰਦੇ 10 ਖੋੜਸ ਦਾ ਅਰਥ ਹੁੰਦਾ 15 ਦਿਨ। ਮਹਾਰਾਜ ਜੀ ਕਹਿੰਦੇ ਉਹ ਭਲੇ 15 ਦਿਨ ਹੀ ਟਿਕ ਜੋ ਜੇ ਤੁਸੀਂ 17 ਨਹੀਂ ਟਿਕਣਾ ਤਾਂ। कै 10 पंच थिरो सुख लहो। ਮਹਾਰਾਜ ਜੀ ਕਹਿੰਦੇ ਗੱਲ ਮੁੱਕਦੀ ਹੈ ਸਿੱਖੋ ਕਹਿੰਦੇ 10 ਦਿਨ ਤੁਸੀਂ ਭੋਜਨ ਧੀਰਜ ਰੱਖ ਕੇ ਟਿਕ ਜਾਓ। ਸਿੱਖਾਂ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ। ਮੇਰੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਿੱਖੋ 5 ਦਿਨ ਰੁਕ ਜਾਓ, ਜਿੱਥੋਂ ਦੁਨੀਆ ਚੜ੍ਹਦੀ ਹੈ ਤੇ ਦੁਨੀਆ ਛਿਪਦੀ ਉੱਥੋਂ ਤੱਕ ਖਾਲਸੇ ਦਾ ਰਾਜ ਹੋ ਜਾਵੇਗਾ ਜੀ। ਮਹਾਰਾਜ ਕਹਿੰਦੇ 5 ਦਿਨ ਟਿਕ ਜਾਓ, ਧੀਰਜ ਰੱਖ ਲਵੋ। ਤੇ ਕਹਿੰਦੇ ਸਿੱਖਾਂ ਨੇ ਫਿਰ ਵੀ ਆਪਣੀਆਂ ਨੀਵੀਆਂ ਪਾ ਲਈਆਂ ਜੀ। इतने दिन में दोनों लोक। ਸਤਨਾਮ। ਮਹਾਰਾਜ ਜੀ ਕਹਿੰਦੇ ਇੰਨੇ ਦਿਨਾਂ ਦੇ ਵਿੱਚ ਮੈਂ ਲੋਕ ਤੇ ਪ੍ਰਲੋਕ ਵਿੱਚ ਖਾਲਸੇ ਦਾ ਰਾਜ ਕਰ ਦੇਵਾਂਗਾ ਜੀ। ਪਰ ਮੇਰੇ ਹਜੂਰ ਜੀ ਕਹਿੰਦੇ ਤੁਹਾਡੇ ਸਿਰ ਪਰ ਸਿੱਖੋ ਬੁਰਾ ਵਕਤ ਚੱਲ ਰਿਹਾ ਹੈ, ਇਹ ਰਾਜ ਹੋਣਾ ਨਹੀਂ। ਤਾਈਓ ਤਾਂ ਖਾਲਸਾ ਜੀ ਪਹਾੜਾ ਸਿੰਘ ਸੀ ਯਾਰ, ਫਰੰਗੀਆਂ ਦਾ ਸਿੰਘਾਂ ਨਾਲ ਸੀ ਉਸ ਦੀ ਗੈਰਸ਼ਾਲੀ। ਸਾਡਾ ਸਿੱਖ ਰਾਜ ਕਿਤੇ ਜਾ ਸਕਦਾ ਸੀ ਜੇ ਪਹਾੜਾ ਸਿੰਘ ਵਰਗੇ ਤੇ ਲਾਲ ਸਿੰਘ ਵਰਗੇ ਸਿੱਖਾਂ ਦੇ ਲਿਬਾਸ ਦੇ ਵਿੱਚ ਕਿਤੇ ਇਹੋ ਜਿਹੇ ਫਰੰਗੀ ਨਾ ਹੁੰਦੇ ਤਾਂ। ਵੇਖਣ ਨੂੰ ਤਾਂ ਪਹਾੜਾ ਸਿੰਘ ਵੀ ਸਿੱਖ ਹੀ ਸੀ ਨਾ, ਤੇ ਫਿਰ ਲਾਲ ਸਿੰਘ ਵੀ ਦਸਤਾਰ ਸਜਾਉਂਦਾ ਸੀਗਾ ਸ਼ੇਰੇ ਪੰਜਾਬ ਦੇ ਨਾਲ। ਪਰ ਜਦੋਂ ਮਹਾਰਾਜਾ ਖੜਗ ਸਿੰਘ ਨੂੰ ਉਹਨਾਂ ਨੇ ਮਾਰਿਆ ਤੇ ਉਸ ਸਮੇਂ ਮਹਾਰਾਣੀ ਜਿੰਦਾ ਕਰਲਾ ਉੱਠੀ ਇੱਕ ਵਾਰੀ, ਕਹਿੰਦੀ ਸੀ ਅੱਜ ਤੁਹਾਡੇ ਦੋਗਲੇ ਚਿਹਰੇ ਪਤਾ ਲੱਗਿਆ ਹੈ, ਤੁਸੀਂ ਸਿੱਖਾਂ ਦੇ ਲਿਬਾਸ ਦੇ ਵਿੱਚ ਇਹ ਕੁਛ ਕਰ ਰਹੇ ਹੋ। ਤੁਹਾਡੇ ਕਿਰਪਾਨਾਂ ਵੀ ਪਾਈਆਂ ਹੋਈਆਂ ਨੇ, ਸਭ ਕੁਝ ਅੱਜ ਕੋਈ ਘਾਟ ਨਹੀਂ ਗੱਲ ਦੀ। ਇੱਕ ਉਹ ਬੇਵਕੂਫ ਜਿਹਾ ਨਿੱਕੀ ਬੈਠਾ ਨਾ, ਸਿੰਘਾਂ ਨੇ ਗੱਡਤਾ ਉਸ ਨੂੰ, ਉਹ ਵੀ ਸਿੱਖਾਂ ਦਾ ਲਿਬਾਸ ਹੀ ਹੈ ਨਾ। ਹੁਣ ਇਹੋ ਜਿਹੇ ਸ਼ਬਦ ਮੇਰੇ ਸ਼ਾਹੇ ਸ਼ਾਨ ਪ੍ਰੀਤਮ ਦੇ ਮਾਤਾ ਗੁਜਰੀ ਵਾਹਿਗੁਰੂ ਜੀ, ਮਾਤਾ ਸੁੰਦਰੀ ਜੀ ਔਰ ਖਾਲਸਾ ਜੀ ਭਾਈ ਮਣੀ ਸਿੰਘ ਜੀ ਦੇ ਵਿਰੁੱਧ ਬੋਲੇ। ਇਸ ਕਰਨ ਤੁਹਾਡੇ ਸੁਣ ਹੀ ਨਹੀਂ ਸਕਦੇ। ਆ ਪਟਿਆਲੇ ਤੁਹਾਡੇ ਬੈਠਾ ਕਸਾਦ ਜਿਹਾ ਉਹਦੀ ਹਮਾਇਤ ਹੀ ਕਰਨ ਤੇ ਤੁਲਿਆ ਹੋਇਆ ਹੈ। ਹੁਣ ਇਹ ਨਹੀਂ ਸਮਝਦਾ ਕਿ ਮਾੜਾ ਕਿ ਚੰਗਾ ਕੀ ਹੈ, ਉਹਨੂੰ ਹਰੇਕ ਟਕਸਾਲੀ ਦੀਂਦਾ ਹੈ। ਇਸ ਕਰਕੇ ਖਾਲਸਾ ਜੀ ਇਹੋ ਜਿਹੇ ਲਿਬਾਸਾਂ ਤੋਂ ਬਚੋ, ਅਪਗ੍ਰੇਡ ਨਾ ਬਣੋ। ਜਿਆਦੇ ਅਪਗ੍ਰੇਡ ਨੁਕਸਾਨ ਕਰਦੇ ਆ। ਸਿੱਖੀ ਭਰੋਸੇ ਦੇ ਵਿੱਚ ਲੈਣੀ ਚਾਹੀਦੀ ਹੈ, ਭਰੋਸੇ ਦੇ ਮੁਤਾਬਕ ਸਿੱਖੀ ਨੂੰ ਚੱਲੋ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਖਾਲਸਾ 5 ਦਿਨ ਠਹਿਰ ਜੋ, 5 ਦਿਨ ਠਹਿਰ ਜੂਗੇ ਨਾ ਤੇ ਤੁਹਾਨੂੰ ਇਸ ਲੋਕ ਤੇ ਪਰਲੋਕ ਦਾ ਸੁੱਖ ਦੇ ਦੇਵਾਂਗਾ, ਰਾਜ ਦੇ ਦੇਵਾਂਗਾ ਜੀ। करो सुधारन मेटो शोक। ਮਹਾਰਾਜ ਜੀ ਕਹਿੰਦੇ ਜਿਹੜਾ ਸ਼ੋਕ ਗਮ ਤੁਹਾਡਾ ਮੇਟ ਦੇਵਾਂਗਾ ਤੇ ਤੁਸੀਂ ਆਪਣੇ ਆਪ ਨੂੰ ਸੁਧਾਰ ਲੈਣਾ ਕਰੋ ਜੀ। उन सिख कहें सुनो गुर पूरे। ਫੇਰ ਅੱਗੋਂ ਸਿੱਖ ਬੋਲੇ ਕਹਿੰਦੇ ਪੂਰਨ ਸਤਿਗੁਰੂ ਪਾਤਸ਼ਾਹ ਜੀ ਸੁਣੋ ਸਾਡੀ ਬੇਨਤੀ। अब तो निकसन बने जरूरे। ਹੁਣ ਮਹਾਰਾਜ ਪਾਤਸ਼ਾਹ ਜੀ ਇੱਥੋਂ ਨਿਕਲਣਾ ਬੜਾ ਜ਼ਰੂਰੀ ਹੋਵੇਗਾ ਜੀ। एक दिवस पी बसियो न जाई। ਮਹਾਰਾਜ ਜੀ ਨੇ ਪਹਿਲਾਂ ਕਹਤਾ ਵੀ ਬੁਰਾ ਵਕਤ ਚੱਲ ਰਿਹਾ ਹੈ। ਹੁਣ ਸਿੱਖਾਂ ਨੇ ਕਹਿੰਦੇ ਮਹਾਰਾਜ ਤੁਸੀਂ 5 ਦਿਨਾਂ ਦੀ ਗੱਲ ਕਹਿ ਰਹੇ ਹੋ, ਇੱਕ ਦਿਨ ਵੀ ਇੱਥੇ ਰਹਿਣਾ ਬੜਾ ਮੁਸ਼ਕਲ ਹੈ, ਇੱਕ ਦਿਨ ਵੀ ਨਹੀਂ ਸਾਡੇ ਕੋਲੋਂ ਰਿਹਾ ਜਾਂਦਾ ਜੀ। निकसन को चात समुदाई। ਮਹਾਰਾਜ ਹੁਣ ਤਾਂ ਨਿਕਲਣ ਵਾਸਤੇ ਅਸੀਂ ਸਾਰੇ ਚਾਹੁੰਦੇ ਹਾਂ। व्याकुल पए छुदत त्रितहारा। ਕਹਿੰਦੇ ਵਿਆਕਲ ਹੋ ਗਏ ਹਾਂ ਤੇ ਭੁੱਖ ਦੇ ਨਾਲ ਧਰਿਤ
ਧਰਤ ਕਹਿੰਦੇ ਨੇ ਧੀਰਜ ਨੂੰ, ਧੀਰਜ ਛੁੱਟ ਗਿਆ ਵਿਆਕਲਤਾ ਦੇ ਨਾਲ, ਖਤਮ ਹੋ ਗਿਆ ਜੀ। ਸ਼ਤੁਰਨ ਸਨ ਲੜ ਕੀਓ ਅਖਾਰਾ। ਮਹਾਰਾਜ ਇਹਨਾਂ ਵੈਰੀਆਂ ਦੇ ਨਾਲ ਲੜ ਕੇ ਅਸੀਂ ਜੰਗ, ਸਾਡੇ ਕੋਲੇ ਸਮਰੱਥਾ ਨਹੀਂ ਰਹੀ। ਹਾਰ ਪਰੇ ਮੂਰਖ ਚੱਕ ਮਾਰ। ਕਹਿੰਦੇ ਨੇ ਇਸੇ ਤਰ੍ਹਾਂ ਹਾਰ ਗਏ ਹਾਂ ਤੇ ਜਿਹੜੇ ਮੂਰਖ ਹੋ ਕੇ ਝਖਾਂ ਮਾਰ ਰਹੇ ਨੇ। ਜਾਂ ਤੇ ਕਰੈ ਸਪਤ ਉਧਾਰ। ਤੇ ਮਹਾਰਾਜ ਪਾਤਸ਼ਾਹ ਜੀ ਇਸ ਕਰਕੇ ਅਸੀਂ ਇੱਕ ਹੋਰ ਕਰ ਸਕਦੇ ਆਂ ਵੀ ਜਿਹੜੇ ਪਹਾੜੀਏ ਰਾਜੇ ਤੇ ਮੁਗਲ ਰਾਜੇ ਹਨ ਨਾ, ਉਹਨਾਂ ਦੇ ਪਾਸੋਂ ਅਸੀਂ ਸਹੁੰ ਜਿਹੜੀ ਸਪਤ ਹੈ ਉਹ ਖਵਾ ਸਕਦੇ ਹਾਂ। ਅਬ ਨਿਕਸਨਈ ਤੁਮ ਕੋ ਬਨੇ। ਤੇ ਹੁਣ ਹੀ ਜਿਹੜਾ ਇੱਥੋਂ ਨਿਕਲਣਾ ਸਤਿਗੁਰੂ ਜੀ ਆਪ ਜੀ ਨੂੰ ਵੀ ਚੰਗਾ ਬਣ ਆਉਂਦਾ ਹੈ। ਜਿਸ ਤੇ ਰਹੇ ਪ੍ਰਾਨ ਕੇ ਸਨੈ। ਇਹਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਪ੍ਰਾਣ ਸਾਡੇ ਰਹਿ ਸਕਣਗੇ ਜੀ। ਪੁਨ ਗੁਰ ਕਯੋ ਪੰਜ ਦਸ਼ ਦਿਵਸਾ। ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ 5 ਤੇ 10 15 ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜੀ। ਜੇ ਨੈ ਰਹਤੇ ਧਾਰ ਭਰੋਸਾ। ਇਹ ਖਾਲਸਾ ਜੀ ਤੁਸੀਂ 15 ਦਿਨ ਜਾਂ 5 ਜਾਂ 10 ਦਿਨ ਰਹਿ ਕੇ ਭਰੋਸਾ ਧਾਰ ਕੇ ਨਹੀਂ ਰਹਿ ਸਕਦੇ ਤਾਂ ਜੀ 14 13 ਦਵਾਦਸ਼ ਰਹੋ। ਮਹਾਰਾਜ ਜੀ ਕਹਿੰਦੇ 14 ਦਿਨ 13 ਦਿਨ ਤੇ 12 ਦਿਨ ਰਹਿਣਾ ਕਰੋ। ਪੁਨ ਮਨ ਪਾਵਤ ਸੁਖ ਸਭ ਲਓ। ਮਹਾਰਾਜ ਜੀ ਮੰਨਦੇ ਮਨ ਭਾਉਂਦਾ ਤੁਹਾਨੂੰ ਸੁਖ ਪ੍ਰਾਪਤ ਹੋ ਜਾਵੇਗਾ ਜੀ। ਇਕਾਦਸ਼ 10 9 ਅਸ਼ਟ ਬਸੀਜੈ। ਇਕਾਦਸ਼ 11 ਮਹਾਰਾਜ ਪਾਤਸ਼ਾਹ ਜੀ ਕਹਿੰਦੇ 11 ਦਿਨ 10 ਦਿਨ 9 ਦਿਨ ਕਹਿੰਦੇ 8 ਦਿਨ ਹੀ ਇੱਥੇ ਬਸਣਾ ਕਰੋ ਜੀ। ਰਿਪ ਹਟ ਜਾਏ ਇਹਾਂ ਸੁਖ ਲੀਜੈ। ਕਲਗੀਧਰ ਪਾਤਸ਼ਾਹ ਜੀ ਕਹਿੰਦੇ 8 ਦਿਨਾਂ ਦੇ ਵਿੱਚ ਵੀ ਵੈਰੀ ਦਲ ਹਟ ਜਾਵੇਗਾ ਤੇ ਇੱਥੇ ਤੁਹਾਨੂੰ ਸੁਖ ਪ੍ਰਾਪਤ ਹੋ ਜਾਵੇਗਾ ਜੀ। ਜੇ ਔਰ ਕਈ ਕਰੋ ਪਿਆਰੇ। ਇਹ ਮੇਰੇ ਪਿਆਰੇ ਸਿੱਖੋ ਜੇ ਕਿ ਤੁਸੀਂ ਓੜਕ ਨਿਭਣਾ ਚਾਹੁੰਦੇ ਹੋ, ਓੜਕ ਤੱਕ ਪ੍ਰੀਤੀ ਪਾਉਣਾ ਚਾਹੁੰਦੇ ਹੋ, ਸਪਤ ਦਿਵਸ ਲਿਓ ਧੀਰਜ ਧਾਰੇ। ਮਹਾਰਾਜ ਜੀ ਕਹਿੰਦੇ 7 ਦਿਨ ਹੀ ਤੁਸੀਂ ਧੀਰਜ ਰੱਖ ਕੇ ਟਿਕ ਜਾਵੋ ਜੀ। ਅਬ ਨਿਕਸ ਹੋਏ ਗਜ਼ਬ ਗੁਜ਼ਾਰਨ। ਮਹਾਰਾਜ ਜੀ ਕਹਿੰਦੇ ਹੁਣ ਜੇ ਤੁਸੀਂ ਨਿਕਲਣਾ ਚਾਹੁੰਦੇ ਹੋ ਤੇ ਬੜਾ ਭੈੜਾ ਸਮਾਂ ਹੈ। ਬਚੋ ਨਹੀਂ ਹੋਏ ਸਬਨ ਸੰਘਾਰਨ। ਮਹਾਰਾਜ ਜੀ ਕਹਿੰਦੇ ਤੁਸੀਂ ਬਚ ਨਹੀਂ ਸਕੋਗੇ ਤੇ ਇਹ ਜਿਹੜਾ ਟਿੱਡੀ ਦਲ ਹੈ ਸਾਰਿਆਂ ਨੂੰ ਖਤਮ ਕਰ ਦੇਵੇਗਾ ਜੀ। ਜਿਮ ਬਾਲਿਕ ਪਿਖ ਰੂਪ ਅਗਨ ਕੋ। ਮਹਾਰਾਜ ਜੀ ਕਹਿੰਦੇ ਨੇ ਜਿਵੇਂ ਇੱਕ ਬਾਲਕ ਬੱਚਾ ਹੁੰਦਾ ਹੈ ਨਾ, ਉਹ ਅੱਗ ਦੇ ਰੂਪ ਨੂੰ, ਅੱਗ ਬਲਦੀ ਹੋਵੇ ਤੇ ਅੱਗ ਦੇ ਰੂਪ ਨੂੰ ਵੇਖ ਕੇ ਅੱਗ ਨੂੰ ਫੜਨ ਵਾਸਤੇ ਜਾਂਦਾ ਹੈ। ਬਰਨ ਚਾਏ ਨੈ ਲਖੈ ਜਰਨ ਕੋ। ਫਿਰ ਅੱਗ ਦੇ ਰੰਗ ਨੂੰ ਪਕੜਨ ਵਾਸਤੇ ਜਾਂਦਾ ਹੈ ਤੇ ਕਿਤੇ ਉਹ ਜਿਹੜਾ ਮੈਂ ਉਹਦੇ ਵਿੱਚ ਕਿਤੇ ਉਹਦਾ ਮਾਤਾ ਪਿਤਾ ਸੋਚਦਾ ਵੀ ਕਿਤੇ ਅੱਗ ਦੇ ਵਿੱਚ ਬੱਚਾ ਸਾੜੀ ਨਾ ਜਾਵੇ ਜੀ। ਮਾਤ ਪਿਤਾ ਸੰਭਾਰਨ ਕਰੇ। ਤੇ ਕਹਿਣ ਲੱਗੇ ਜਿਹੜੇ ਮਾਤਾ ਪਿਤਾ ਹੁੰਦੇ ਨੇ ਤੇ ਬਾਲਕ ਨੂੰ ਸੰਭਾਲਦੇ ਹਨ ਜੀ। ਬਰਜਤ ਪਕਰੇ ਵਿੱਚ ਨਾ ਪਰੇ। ਬੱਚੇ ਨੂੰ ਪਕੜਦੇ ਨੇ ਵੀ ਕਿਤੇ ਅੱਗ ਦੇ ਵਿੱਚ ਨਾ ਬੱਚਾ ਪੈ ਜਾਵੇ। ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਸਾਡੇ ਬੱਚੇ ਹੋ। ਆ ਜਿਹੜਾ ਤੁਰਕਾਂ ਦਾ ਦਲ ਹੈ ਇੱਕ ਅੱਗ ਹੈ, ਲਾਟ ਹੈ। ਮਹਾਰਾਜ ਜੀ ਕਹਿੰਦੇ ਤੁਸੀਂ ਇਹਦੇ ਵਿੱਚ ਪੈਣਾ ਚਾਹੁੰਦੇ ਹੋ ਤੇ ਅਸੀਂ ਤੁਹਾਨੂੰ ਵਰਜਦੇ ਆ। ਰੁਕ ਜੋ 7 ਦਿਨਾਂ ਵਾਸਤੇ। ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਜੀ ਕਿਉਂ ਹਮ ਤੁਮ ਕੋ ਬਹੁ ਬਰਜੰਤੇ। ਮਹਾਰਾਜ ਕਲਗੀਧਰ ਜੀ ਕਹਿੰਦੇ ਤਿਵੇਂ ਤੁਹਾਨੂੰ ਅਸੀਂ ਬਹੁਤ ਬਰਜੰਤੇ ਵਰਜ ਰਹੇ ਹਾਂ ਜੀ। ਬੁਰਾ ਹੋਤ ਸਿਰ ਨਹੀਂ ਲਖੰਤੇ। ਮਹਾਰਾਜ ਜੀ ਕਹਿੰਦੇ ਬੁਰਾ ਹੋ ਰਿਹਾ ਤੁਹਾਡੇ ਸਿਰ ਤੇ ਪਰ ਤੁਸੀਂ ਨਹੀਂ ਸਿੱਖੋ ਜਾਣਦੇ ਜੀ। ਸੁਨ ਸਿੱਖ ਕਹੇ ਬੁਰਾ ਅਬ ਨਾਈ। ਹੁਣ ਕਹਿਣ ਲੱਗੇ ਮਹਾਰਾਜ ਜੀ ਦਾ ਪਹਿਲਾ ਬਚਨ ਸੀ ਨਾ ਤੁਸੀਂ ਸੁਣਿਆ ਹੈ। ਮਹਾਰਾਜ ਜੀ ਕਹਿੰਦੇ ਬੁਰਾ ਵਕਤ ਚੱਲ ਰਿਹਾ ਹੈ। ਹੁਣ ਕਹਿਣ ਲੱਗੇ ਜਦੋਂ ਬੁਰਾ ਵਕਤ ਚੱਲਦਾ ਹੋਵੇ ਤੇ ਉਸ ਸਮੇਂ ਕਹਿਣ ਲੱਗੇ ਜਿਹੜੇ ਸਿੱਖ ਮਹਾਰਾਜ ਪਾਤਸ਼ਾਹ ਜੀ ਬੁਰਾ ਹੁਣ ਸਾਡਾ ਨਹੀਂ ਹੋ ਰਿਹਾ ਜੀ। ਲਖੀਅਤ ਬੁਰਾ ਦੁਰਗ ਕੇ ਮਾਈ। ਮਹਾਰਾਜ ਇਸ ਕਿਲੇ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਸਾਡਾ ਬੁਰਾ ਸਮਾਂ ਹੈ ਜੀ। ਅੰਨ ਬਿਨਾ ਸਗਰੇ ਮਰ ਜੈ ਹੈ। ਮਹਾਰਾਜ ਜੀ ਭੋਜਨ ਤੋਂ ਬਿਨਾ ਅਸੀਂ ਸਾਰੇ ਦੇ ਸਾਰੇ ਮਰ ਜਾਵਾਂਗੇ ਇਸ ਕਿਲੇ ਵਿੱਚ। ਕਹਿ ਮਿਲ ਸ਼ਤਰੂ ਕਤਲ ਕਰਦਾ ਹੈ। ਜਾਂ ਫਿਰ ਜਿਹੜਾ ਸ਼ਤਰੂ ਹੈ ਦੁਸ਼ਮਣ ਹੈ ਸਾਨੂੰ ਕਤਲ ਕਰ ਦੇਵੇਗਾ ਜੀ। ਦੋਨੋਂ ਮੈਂ ਤੇ ਇੱਕ ਹੋਏ ਜੈ ਹੈ। ਕਹਿੰਦੇ ਦੋਹਾਂ ਦੇ ਵਿੱਚੋਂ ਇੱਕ ਗੱਲ ਹੋ ਜਾਵੇਗੀ, ਜਾਂ ਭੁੱਖ ਨਾਲ ਮਰ ਜਾਵਾਂਗੇ ਤੇ ਜਾਂ ਸਾਨੂੰ ਸ਼ਤਰੂ ਕਤਲ ਕਰ ਦੇਵੇਗਾ ਜੀ। ਬਚੇ ਨ ਪੁਨ ਨੋ ਉਪਾਏ ਬਨੇ ਹੈ।
ਮਹਾਰਾਜ ਜੀ ਦੇ ਕੋਲੇ ਸਹਿ ਕਹਿੰਦੇ ਵੀ ਮਹਾਰਾਜ ਅਸੀਂ ਬਚ ਨਹੀਂ ਸਕਾਂਗੇ ਤੇ ਕੋਈ ਸਾਡੇ ਕੋਲੇ ਯਤਨ ਵੀ ਬਣਦਾ ਨਹੀਂ ਦੀਂਦਾ ਜੀ। अब तो रहो जाए न स्वामी, ਹੇ ਮੇਰੇ ਸੁਆਮੀ ਮਾਲਕ ਕਲਗੀਧਰ ਪਾਤਸ਼ਾਹ ਜੀ ਹੁਣ ਸਾਡੇ ਪਾਸੋਂ ਰਿਹਾ ਨਹੀਂ ਜਾਂਦਾ। लखो खेद अब अंतर जामी, ਹੇ ਅੰਤਰਜਾਮੀ ਸਤਿਗੁਰੂ ਜੀ ਹੁਣ ਏਡਾ ਜਿਹੜਾ ਦੁੱਖ ਹੈ ਆਪ ਜੀ ਸਮਝ ਨਾ ਕਰੋ। इम बोलत पे सिंह अगारी, ਇਸ ਤਰ੍ਹਾਂ ਜਿਹੜੇ ਖਾਲਸਾ ਜੀ ਸਿੰਘ ਸਨ ਮਾਤਾ ਗੁਜਰੀ ਜੀ ਦੇ ਨਾਲ ਆਏ ਸੀਗੇ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਅਗਾਰੀ ਅੱਗੇ ਹੋ ਕੇ ਬੋਲ ਰਹੇ ਹਨ ਜੀ, ਸਵਾਲ ਤੇ ਜਵਾਬ ਕਰ ਰਹੇ ਹਨ। पुन श्री गुजरी आने उचारी, ਫਿਰ ਧੰਨ ਧੰਨ ਮਾਤਾ ਗੁਜਰ ਕੌਰ ਜੀ। ਕਹਿੰਦੇ ਮਾਤਾ ਗੁਜਰ ਕੌਰ ਵੀ ਹੁਣ ਸਿੱਖਾਂ ਦੀ ਫੇਵਰ ਦੇ ਵਿੱਚ ਹੈ, ਸਿੱਖਾਂ ਦੇ ਹੱਕ ਦੇ ਵਿੱਚ ਹੈ। ਮਾਤਾ ਜੀ ਦੇ ਕੋਲੇ ਸਿੱਖ ਜਾ ਕੇ ਕੁਰ ਲਾਏ। ਮਾਤਾ ਜੀ ਤੁਸੀਂ ਕਹੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ। ਕਹਿਣ ਲੱਗੇ ਫਿਰ ਮਾਤਾ ਗੁਜਰੀ ਜੀ ਨੇ ਉਚਾਰਨ ਕੀਤੇ ਬਚਨ ਜੀ, हठ ने गहो पुत्र अब चलिए, ਹੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਤੁਸੀਂ ਹੱਠ ਨਾ ਕਰੋ, ਤੁਸੀਂ ਜਿੱਦ ਨਾ ਕਰੋ ਮਹਾਰਾਜ ਪਾਤਸ਼ਾਹ ਜੀ। ਕਿਰਪਾ ਕਰਕੇ ਮਹਾਰਾਜ ਪਾਤਸ਼ਾਹ ਜੀ ਹੁਣ ਤੁਸੀਂ ਚੱਲਣਾ ਕਰੋ ਆਨੰਦਪੁਰ ਸਾਹਿਬ ਨੂੰ ਛੱਡ ਕੇ। रिपते वैर तुरत ही ठिलिए, ਮਹਾਰਾਜ ਇਹ ਜਿਹੜਾ ਵੈਰੀਆਂ ਦਾ ਵੈਰ ਹੈ ਦਲ ਹੈ ਤੇ ਇਸ ਨੂੰ ਠੱਲਣਾ ਕਰੋ ਜੀ। निज कुटुंब को लियो बचाए, ਆਪਣਾ ਜਿਹੜਾ ਕੁਟੁੰਬ ਹੈ ਪਰਿਵਾਰ ਹੈ ਖਾਲਸਾ ਸਾਰਾ ਪਰਿਵਾਰ ਹੀ ਹੈ ਨਾ ਮਹਾਰਾਜ ਪਾਤਸ਼ਾਹ ਜੀ ਦਾ। ਇਹ ਸਾਰਾ ਪਰਿਵਾਰ ਆਪਣਾ ਕੁਟੁੰਬ ਪਰਿਵਾਰ ਹੈ, ਇਸ ਨੂੰ ਬਚਾ ਲੈਣਾ ਕਰੋ। भाई बात ओरख की आए, ਮਹਾਰਾਜ ਪਾਤਸ਼ਾਹ ਜੀ ਦੇ ਤਾਈ ਧੰਨ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਹੁਣ ਓੜਕ ਜਿਹੜੀ ਗੱਲ ਹੈ ਆ ਪਹੁੰਚੀ ਹੈ। जिम तुमरे उर होए विश्वासा, ਏ ਮੇਰੇ ਪੁੱਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਵੇਂ ਤੁਹਾਨੂੰ ਵਿਸ਼ਵਾਸ ਆ ਜਾਵੇ ਭਰੋਸਾ ਆ ਜਾਵੇ तथा शपथ करवाऊं अनाशा, ਉਦੋਂ ਹੀ ਪਹਾੜੀ ਰਾਜਿਆਂ ਦੇ ਪਾਸੋਂ ਤੇ ਮੈਂ ਮੁਗਲਾਂ ਦੇ ਪਾਸੋਂ ਸਬਤ ਜਿਹੜੀ ਕਸਮ ਹੈ ਸਹੁੰ ਹੈ ਉਹ ਚੁਕਵਾ ਲਵਾਂ। मैं कह दियो नृपत ते विपर, ਇਹ ਮੈਂ ਕਹਿ ਦੇਵਾਂ ਜਿਹੜੇ ਰਾਜੇ ਜਿਹੜੇ ਬ੍ਰਾਹਮਣ ਰਾਜੇ ਹਨ आए आन तेन की छिपर, ਤੇ ਉਹ ਗਊ ਆਟੇ ਦੀ ਬਣਾ ਕਰਕੇ ਤੇ ਆ ਕੇ ਕਸਮਾਂ ਚੱਕ ਲੈਣ ਤੇ ਆ ਕਰਕੇ ਉਹ ਆਟੇ ਦੀ ਗਾਂ ਬਣਾ ਕੇ ਬ੍ਰਾਹਮਣ ਜਿਹੜੇ ਹੈ ਵਿਪਰ ਲੋਕ ਹੈ ਕਸਮਾਂ ਚੱਕ ਲੈਣ ਗਾਂ ਦੀਆਂ। ਇਸ ਕਰਕੇ ਫਿਰ ਤੁਸੀਂ ਆਨੰਦਪੁਰ ਸਾਹਿਬ ਛੱਡ ਦੇਵੋ ਵੀ ਉਹ ਹਮਲਾ ਨਹੀਂ ਕਰਨਗੇ, ਪਰ ਜਿਹੜੀਆਂ ਕਸਮਾਂ ਖਾਧੀਆਂ ਹੋਈਆਂ ਬ੍ਰਾਹਮਣਾਂ ਦੀਆਂ ਇਹ ਪਹਾੜੀ ਰਾਜਿਆਂ ਦੀਆਂ ਸਭ ਕੁਝ ਖਾਧੀਆਂ, ਇਹ ਤਾਂ ਸਤਿਆਨਾਸ਼ ਖੇ ਕਰ ਦਿੱਤੀਆਂ ਇਹਨਾਂ ਬ੍ਰਾਹਮਣਾਂ ਨੇ। ਸਾਰੇ ਨਹੀਂ ਮੈਂ ਕਹਿ ਰਿਹਾ ਕਿਤੇ ਇਹਨਾਂ ਗੱਲ ਹੋਵੇ ਵੀ ਸਾਰੇ ਬ੍ਰਾਹਮਣ ਇੱਕ ਨੇ, ਸਾਰੇ ਨਹੀਂ, ਸਾਰੇ ਮੁਸਲਮਾਨ ਵੀ ਇੱਕ ਨਹੀਂ ਹੈਗੇ, ਸਾਰੇ ਬ੍ਰਾਹਮਣ ਵੀ ਇੱਕ ਨਹੀਂ ਹੈਗੇ। ਪਰ ਗੁਰਮਖੋ ਖਿਆਲ ਕਰੋ ਜੀ ਇਹਨਾਂ ਬ੍ਰਾਹਮਣਾਂ ਦੇ ਪਾਸੋਂ ਇਹਨਾਂ ਪਹਾੜੀ ਰਾਜਿਆਂ ਦੇ ਪਾਸੋਂ ਮੈਂ ਗਊ ਦੀਆਂ ਆਟੇ ਦੀ ਗਾਂ ਬਣਾ ਕਰਕੇ ਕਸਮਾਂ ਚਕਵਾ ਦਿਆਂ ਜੀ। शाह दिशा ते सैयद आवे, ਤੇ ਇਸ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਵੱਲੋਂ ਇੱਕ ਸੈਯਦ ਆਵੇ ਚੱਲ ਕੇ सिर पर ऐद कुरान उठावे, ਸਿਰ ਦੇ ਉੱਪਰ ਇੱਕ ਵੱਡੀ ਜਿਹੜੀ ਕੁਰਾਨ ਹੈ ਕੁਰਾਨ ਸ਼ਰੀਫ ਹੈ ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਹੈ ਉਹ ਠਾ ਲੈਣ ਜੀ। इतो धर्म ठानत है बाहर, ਕਹਿੰਦੇ ਨੇ ਇਹ ਜਿਹੜਾ ਸਾਰਾ ਧਰਮ ਹੈ ਤੇ ਇਹ ਜਿਤਨਾ ਵੀ ਬਾਹਰੋਂ ਦਿਸ ਰਿਹਾ ਹੈ कहाँ विनाशेंगे कर जाहर, ਤੇ ਫਿਰ ਇਹ ਕਿਵੇਂ ਵਿਨਾਸ਼ ਕਰਨਗੇ ਸਭ ਕੁਝ ਜਾ ਰਹੀ ਹੈ ਗੱਲ ਜੀ। ਇਹ ਤਾਂ अब तो बने बात मन पाई, ਕਹਿੰਦੇ ਹੁਣ ਤਾਂ ਜਿਹੜੀ ਗੱਲ ਹੈ ਇਹ ਬਣ ਜਾਣੀ ਚਾਹੀਦੀ ਹੈ। हे ਭਾਈ पुन अवसर अस हाथ न आई, ਇਹ ਸਤਿਗੁਰੂ ਜੀ ਇਹੋ ਜਿਹਾ ਜਿਹੜਾ ਅਵਸਰ ਮੌਕਾ ਹੈ ਹੱਥ ਵਿੱਚ ਦੁਬਾਰਾ ਨਹੀਂ ਆਉਂਦਾ ਜੀ। प्रबल शत्रु उन चढ़ गढ़ बरे, ਕਹਿੰਦੇ ਜਿਹੜੇ ਸ਼ਤਰੂ ਬੜੇ ਪਰਬਲ ਨੇ ਤੇ ਕਹਿਣ ਲੱਗੇ ਉਹ ਜਿਹੜੇ ਸ਼ਤਰੂ ਨੇ ਤੇ ਉਹ ਚੜ ਕੇ ਵਾਹਿਗੁਰੂ ਕਿਲਿਆਂ ਦੇ ਉੱਪਰ ਆ ਸਕਦੇ ਹਨ। कहो कौन तब वर्जन करे, ਕੌਣ ਏਡੇ ਵੱਡੇ ਸ਼ਤਰੂਆਂ ਨੂੰ ਫਿਰ ਕੋਈ ਵਰਜਨ ਰੋਕ ਸਕਦਾ ਹੈ। बहुत बिस्तरी बेबस होए, ਤੇ ਬਹੁਤ ਜਿਤਨੇ ਵੀ ਸਾਰੇ ਦੇ ਸਾਰੇ ਉਹ ਸਾਰੇ ਦੇ ਸਾਰੇ ਬੇਬਸ ਹੋਏ ਪਏ ਹਨ। एक छिन में मर है सब कोए, ਇੱਕ ਛਣ ਦੇ ਵਿੱਚ ਹੀ ਸਾਰੇ ਦੇ ਸਾਰੇ ਮਰ ਜਾਣਗੇ ਜੀ। जे त्रिमत निज हते कटार, ਕਹਿੰਦੇ
ਜਿਤਨੀਆਂ ਵੀ ਇਸ ਪਰਿਵਾਰ ਦੀਆਂ ਜਾਂ ਖਾਲਸੇ ਦੀਆਂ ਇਸਤਰੀਆਂ ਨੇ, ਉਹਨਾਂ ਦੀਆਂ ਸਿੰਘਣੀਆਂ ਨੇ, ਉਹ ਆਪਣੇ ਆਪ ਨੂੰ ਕਟਾਰਾ ਮਾਰ ਕੇ ਸਤਿਗੁਰੂ ਜੀ ਮਰ ਜਾਣਗੀਆਂ ਜੀ, ਸਾਰੇ ਦੀਆਂ ਸਾਰੀਆਂ ਜੀ। ਮਰ ਮਰ ਜਾਏ ਉਦਰ ਕੋ ਫਾਰ, ਆਪਣੇ ਪੇਟ ਨੂੰ ਫਾੜ ਫਾੜ ਕੇ ਖੰਜਰਾਂ ਦੇ ਨਾਲ ਤੇ ਆਪਣੇ ਆਪ ਨੂੰ ਖਤਮ ਹੋ ਜਾਣਗੀਆਂ ਜੀ। ਐਸੋ ਗਜ਼ਬ ਕਰਿਓ ਕਿਮ ਤੇ ਚਾਹੋ, ਮਹਾਰਾਜ ਇਹੋ ਜਿਹਾ ਜਿਹੜਾ ਗਜ਼ਬ ਹੈ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ? ਨਰ ਤ੍ਰੀਏ ਮਾਰੇ ਆਪ ਕਿਆ ਲਹੋ, ਮਹਾਰਾਜ ਅਨੇਕਾਂ ਹੀ ਇਸਤਰੀਆਂ ਖਤਮ ਹੋ ਜਾਣਗੀਆਂ ਤੇ ਆਪ ਜੀ ਨੂੰ ਕੁਝ ਵੀ ਨਹੀਂ ਮਿਲਣਾ ਜੀ। ਸੁਨ ਮਾਤਾ ਕੋ ਪੁਨ ਸਮਝਾਇਓ, ਮਾਤਾ ਜੀ ਦੇ ਬਚਨ ਸੁਣ ਕੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਧੰਨ ਸਭੇ ਕਮਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਮਾਤਾ ਜੀ ਨੂੰ। ਭੇਦ ਨ ਦੁਸ਼ਟਨ ਕੋ ਤੁਮ ਪਾਇਓ, ਇਹ ਮਾਤਾ ਜੀ ਇਹ ਜਿਹੜੇ ਦੁਸ਼ਟ ਨੇ ਨਾ, ਪਹਾੜੀਏ ਰਾਜੇ ਤੇ ਮੁਗਲ ਹਨ, ਤੇ ਇਹਨਾਂ ਦਾ ਭੇਦ ਤੁਸੀਂ ਨਹੀਂ ਜਾਣਦੇ ਜੀ। ਪ੍ਰਥਮ ਦਿਖਾਏ ਨ ਭਈ ਪ੍ਰਤੀਤ, ਤੇ ਮਾਤਾ ਜੀ ਜਿਹੜਾ ਇਹ ਪਹਿਲਾਂ ਦਿਖਾ ਰਹੇ ਆ ਨਾ ਸਭ ਕੁਝ, ਤੇ ਇਹਦੇ ਤੇ ਭਰੋਸਾ ਨਾ ਕਰੋ, ਪ੍ਰਤੀਤ ਨਾ ਕਰੋ ਜੀ। ਤਿਨ ਪਰ ਧਰੋ ਭਰੋਸਾ ਚੀਤ, ਇਹਨਾਂ ਦੇ ਉੱਪਰ ਚਿੱਤ ਦੇ ਵਿੱਚ ਥੋੜਾ ਜਿੰਨਾ ਵੀ ਤੁਸੀਂ ਭਰੋਸਾ ਨਾ ਕਰਨਾ ਕਰੋ, ਕਿਉਂਕਿ ਮੇਰੇ ਸ਼ਾਹ ਸ਼ਹਿਨਸ਼ਾਹ ਪ੍ਰੀਤਮ ਨੂੰ ਤਾਂ ਸਭ ਕੁਝ ਜੀ ਪਤਾ ਸੀ ਨਾ ਵੀ ਅੱਗੇ ਕੀ ਭਾਣਾ ਵਰਤਣਾ ਹੈ। ਜਬ ਦੂਰ ਸੇ ਦਰਿਆ ਸੇ ਕਿਨਾਰੇ ਨਜ਼ਰ ਆਏ, ਡੂਬੇ ਹੋਏ ਸਰਸਾ ਮੇ ਪਿਆਰੇ ਨਜ਼ਰ ਆ ਰਹੇ, ਹਾਲਾਤ ਤਾਂ ਇਹ ਬਣ ਜਾਣੇ ਆ। जब दूर से दरिया से किनारे नजर आए, डूबे हुए सरसा में प्यारे नजर आए, जे देख के सतगुरु के दुलारे नजर आए, कहते थे इजाजत नहीं हमें रन की मट्टी तक उड़ा सकते हैं दुश्मन की चमन की। ਜਿਹੜਾ ਸਰਸਾ ਨਦੀ ਦੇ ਵਿੱਚ ਏਡੀ ਵੱਡੀ ਅਣਹੋਣੀ ਵਰਤੀ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਦਿਸ ਰਹੀ ਸੀਗੀ। ਮਹਾਰਾਜ ਪਾਤਸ਼ਾਹ ਜੀ ਤਾਂ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੇ ਤਾਈ ਕਹਿ ਰਹੇ ਸਨ, ਮਾਤਾ ਜੀ ਇਹ ਜਿੰਨੇ ਪਹਾੜੀਏ ਰਾਜੇ ਨੇ ਤੇ ਮੁਗਲ ਹੈ, ਇਹਨਾਂ ਤੇ ਪ੍ਰਤੀਤ ਨਾ ਕਰੋ, ਇਹਨਾਂ ਤੇ ਭਰੋਸਾ ਨਾ ਕਰੋ ਜੀ। ਜਿਸ ਕੁਟੰਬ ਕੋ ਚਹੇ ਬਚਾਇਓ, ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ, ਮਾਤਾ ਜੀ ਕਹਿੰਦੇ ਜਿਸ ਸਾਰਾ ਹੀ ਪਰਿਵਾਰ ਨੂੰ ਅਸੀਂ ਬਚਾਉਣਾ ਚਾਹੁੰਦੇ ਹਾਂ, ਕਿਮ ਸ਼ਤਰੂ ਛੋਰੇ ਮਿਲ ਜਾਇਓ, ਕਹਿੰਦੇ ਜਦੋਂ ਸ਼ਤਰੂਆਂ ਨੂੰ ਸਾਰਾ ਪਰਿਵਾਰ ਮਿਲ ਜਾਏਗਾ ਉਹ ਨਹੀਂ ਛੱਡਣਗੇ ਜੀ। ਬੁਰੀ ਹੋਣ ਸੋ ਭਲੀ ਪਰੇਖੀ, ਕਹਿੰਦੇ ਬੁਰੀ ਹੋਣ ਵਾਲੀ ਆ ਤੇ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਸਮਝ ਲਵੋ ਜੀ। ਜਿਮ ਹੋਏ ਭਲੀ ਬੁਰੀ ਸੋ ਦੇਖੀ, ਜਿਵੇਂ ਭਲੀ ਹੋ ਰਹੀ ਹੈ ਤੇ ਤੁਸੀਂ ਉਸ ਨੂੰ ਬੁਰੀ ਕਰਕੇ ਦੇਖ ਰਹੇ ਹੋ ਜੀ। ਤੁਮ ਜਾਨੋ ਜਿਨ ਜਿਨ ਜਨ ਜਾਨਾ, ਜੀ ਕਹਿੰਦੇ ਵੀ ਗੱਲ ਮੁੱਕਦੀ ਹੈ ਵੀ ਜਿਨ੍ਹਾਂ ਜਿਨ੍ਹਾਂ ਨੇ ਜਾਣਾ ਨਾ ਉਹ ਜਾ ਸਕਦੇ ਆ, ਵੀ ਸਾਡੇ ਵੱਲੋਂ ਖੁੱਲੀ ਛੁੱਟੀ ਹੈ। ਮਹਾਰਾਜ ਪਾਤਸ਼ਾਹ ਜੀ ਸਿੱਧੇ ਲਫ਼ਜ਼ਾਂ 'ਚ ਕਹਿ ਦਿੱਤਾ ਜੀ, ਲਿਖੋ ਬਿਦਾਵਾ ਕਰੋ ਪਿਆਨਾ, ਜੀ ਕਹਿੰਦੇ ਬਦਾਵਾ ਲਿਖ ਕੇ ਸਿੱਖੋ ਜਾਓ ਤੇ ਪਿਆਨਾ ਕਰ ਲਵੋ, ਅਸੀਂ ਤੁਹਾਨੂੰ ਰੋਕਾਂਗੇ ਨਹੀਂ। ਜਿਨ੍ਹਾਂ ਨੇ ਜਾਣਾ ਜਾਓ, ਪਰ ਬਦਾਵਾ ਲਿਖ ਕੇ ਜਾਓ। ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਬਦਾਵਾ ਲਿਖ ਕੇ ਜਾਓ ਜੀ। ਸਭ ਜਾਣੇ ਗੁਰ ਰਹੇ ਹਟਾਏ, ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਸਾਰੇ ਜਾਣਦੇ ਨੇ ਸਤਿਗੁਰੂ ਪਾਤਸ਼ਾਹ ਜੀ ਹਟਾ ਰਹੇ ਹਨ। ਨੈ ਬਚ ਮਾਨੇ ਮਰੈ ਸੁਜਾਏ, ਇਹ ਸਾਰੇ ਜਾਣਦੇ ਨੇ ਵੀ ਅਸੀਂ ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਨਹੀਂ ਮੰਨਿਆ, ਤੇ ਇਹ ਵੀ ਜਾਣਦੇ ਵੀ ਜੋ ਸਤਿਗੁਰੂ ਜੀ ਦੇ ਬੋਲ ਨੇ ਉਹ ਸੱਚੇ, ਅਸੀਂ ਮਰ ਜਾਵਾਂਗੇ। ਆਪਣੇ ਮਨ ਵਿੱਚ ਵਿਚਾਰ ਕਰ ਰਹੇ ਨੇ ਸਿੱਖ। ਅਸ ਹਟ ਕੇ ਬਚ ਸੁਨ ਕਰ ਸਾਰੇ, ਕਹਿੰਦੇ ਇਹੋ ਜੇ ਕਲਗੀਧਰ ਪਾਤਸ਼ਾਹ ਜੀ ਦੇ ਵੀਰ ਰਸ ਵਾਲੇ ਬਚਨ ਸੁਣ ਕੇ ਨਾ ਇੱਕਦਮ ਹੀ ਕਹਿੰਦੇ ਸਿੱਖ ਜਿਹੜੇ ਉਹ ਨੀਵੀਆਂ ਥੱਲੇ ਪਾ ਗਏ। ਉਹ ਫਿਰ ਕੋਈ ਨਾ ਬੋਲਿਆ। ਇਹੋ ਜੇ ਹੱਠ ਵਾਲੇ ਵੀਰ ਰਸ ਵਾਲੇ ਬਚਨ ਸੁਣ ਕੇ ਜੀ ਬੇਬਲ ਚਿੰਤਤ ਖਰੇ ਦੁਖਾਰੇ, ਕਹਿੰਦੇ ਬੈਬਲ ਵਸ ਹੋ ਕਰਕੇ ਤੇ ਚਿੰਤਾ ਦੇ ਵਸ ਹੋ ਕਰਕੇ ਦੁਖੀ ਹੋ ਕਰਕੇ ਖੜੇ ਹੋ ਗਏ ਜੀ। ਪੁੱਤਰ ਜੁਗਮ ਥੋਰੀ ਬੈਵਾਰੇ, ਕਹਿੰਦੇ ਦੋਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦੇ, ਸਤਿਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਜਿਹੜੀ ਬੈ ਉਮਰ ਹੈ ਜੇ ਥੋੜੀ ਹੈ ਜੀ। ਸ਼੍ਰੀ ਗੁਜਰੀ ਚਿਤ ਕੋ ਅਤ ਪਿਆਰੇ, ਜਿਹੜੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਮਨ ਨੂੰ ਬੜੇ ਪਿਆਰੇ ਲੱਗਦੇ ਨੇ। ਪੋਤਰੇ ਮਾਤਾ ਜੀਤ ਕੌਰ ਜੀ ਤਾਂ ਕਾਲ ਚਲਾਣਾ ਕਰ ਗਏ ਸਨ, ਤੇ ਫਿਰ ਜਿਤਨਾ ਵੀ ਪਾਲਣਾ ਤੇ ਪੋਸ਼ਣਾ ਹੈ ਜਗਤ ਮਾਤਾ ਗੁਜਰ ਕੌਰ ਜੀ ਨੇ ਹੀ ਕੀਤਾ ਸੀਗਾ ਪੋਤਰਿਆਂ ਦਾ।
ਧੰਨ ਸਾਹਿਬ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦੁਲਾਰੇ ਲਾਡੜੇ ਸਤਿਗੁਰੂ ਪਾਤਸ਼ਾਹ ਜੀ ਦੇ ਇਹੋ ਜਿਹੇ ਪੁੱਤਰ ਜਿਨ੍ਹਾਂ ਦੀ ਬਾਬਤ ਸਭ ਸੋਹਣ ਸਿੰਘ ਸੀਤਲ ਦੀਆਂ ਸਤਰਾਂ ਨੇ। ਉਹਨੇ ਬੜਾ ਸੋਹਣਾ ਭਾਵਕ ਹੋ ਕੇ ਲਿਖਿਆ ਚਮਕੌਰ ਦੀ ਜੰਗ ਦਾ ਦ੍ਰਿਸ਼। ਉਹ ਕਹਿੰਦਾ ਹੱਸ ਸ਼ਹੀਦੀ ਪਾ ਗਿਆ ਹੈ ਲਾਲ ਛਟੇਰਾ, ਛਟੇਰਾ ਕਹਿੰਦੇ ਛੋਟੇ ਨੂੰ, ਕਹਿੰਦੇ ਹੱਸ ਸ਼ਹੀਦੀ ਪਾ ਗਿਆ ਹੈ ਲਾਲ ਛਟੇਰਾ, ਅੱਖਾਂ ਸਾਹਮਣੇ ਹੋ ਗਿਆ ਉਹ ਬੇਰਾ ਬੇਰਾ, ਬੇਰਾ ਬੇਰਾ ਕਹਿੰਦੇ ਟੁਕੜੇ ਟੁਕੜੇ ਨੂੰ, ਕਹਿੰਦੇ ਅੱਖਾਂ ਸਾਹਮਣੇ ਹੋ ਗਿਆ ਉਹ ਬੇਰਾ ਬੇਰਾ, ਸਤਿਗੁਰ ਬੋਲੇ ਪਾਤਸ਼ਾਹ ਵਾਤ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ। ਦੁਨੀਆ ਦੇ ਅੰਦਰ ਇਹੋ ਜਿਹਾ ਕੋਈ ਰਹਿਬਰ ਹੋਵੇਗਾ ਜਿਹਦਾ ਪੁੱਤਰ ਜੰਗੇ ਮੈਦਾਨ ਦੇ ਅੰਦਰ ਟੁਕੜੇ ਟੁਕੜੇ ਸਾਹਮਣੇ ਹੋ ਜਾਵੇ ਤੇ ਗੁਰੂ ਆਪਣੇ ਪੁੱਤਰ ਦੀ ਸ਼ਹਾਦਤ ਤੇ ਕਹਿੰਦੇ ਜੈਕਾਰੇ ਛੱਡੇ, ਖੁਸ਼ੀ ਮਨਾਵੇ। ਗੁਰਮੁਖੋ ਇਹੋ ਜਿਹਾ ਦੁਨੀਆ ਦੇ ਉੱਪਰ ਰਹਿਬਰ ਨਹੀਂ ਹੋ ਸਕਦਾ। ਦੁਨੀਆ ਦੇ ਉੱਪਰ ਜਿਤਨੇ ਵੀ ਤੁਸੀਂ, ਮੈਂ ਸਾਰਿਆਂ ਦਾ ਸਤਿਕਾਰ ਕਰਦਾ, ਹਜ਼ਰਤ ਮੁਹੰਮਦ ਸਾਹਿਬ ਜੀ ਹੋਣ ਜਾਂ ਹਜ਼ਰਤ ਈਸਾ ਜੀ ਹੋਣ, ਪਰ ਜਿਤਨੇ ਵੀ ਹੋਏ ਨੇ ਸਾਰੇ ਧਨਤਾ ਦੇ ਯੋਗ ਹੋਏ ਨੇ। ਪਰ ਉਹਨੇ ਕਿਹਾ ਨਾ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਕੰਪੈਰੀਜ਼ਨ ਨਹੀਂ ਕਿਸੇ ਰਹਿਬਰ ਦਾ ਕੀਤਾ ਜਾ ਸਕਦਾ, ਬਰਾਬਰਤਾ ਨਹੀਂ ਕੀਤੀ ਜਾਂਦੀ ਵੀ। ਸਤਿਕਾਰਯੋਗ ਹੈ ਸਾਰੇ, ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਗੋਬਿੰਦ ਕੀ ਤਾਰੀਫ वो कम है। ਇੱਕ ਮੁਸਲਮਾਨ ਲਖਾਰੀ ਕਹਿੰਦਾ ਇਹ ਗੱਲ, जितनी भी गोबिंद की तारीफ वो कम है, हर संद मेरे हाथ में परजोर कलम है। ਜੋਗੀ ਜੀ ਕਹਿੰਦਾ ਜਿਹੜੀ ਮੇਰੀ ਹੱਥ ਦੇ ਵਿੱਚ ਕਲਮ ਹੈ ਨਾ, ਇਹ ਕਲਮ ਕੋਈ ਨਾਟਕ ਚੇਟਕ ਲਿਖਣ ਵਾਲੀ ਨਹੀਂਗੀ। ਜਿਹੜੀ ਮੇਰੀ ਹੱਥ ਦੇ ਵਿੱਚ ਕਲਮ ਹੈ ਇਹ ਕੋਈ ਅਖਬਾਰ ਦੀਆਂ ਖਬਰਾਂ ਲਿਖਣ ਵਾਲੀ ਨਹੀਂਗੀ। ਇਹ ਤਾਂ ਹੱਕ ਸੱਚ ਨੂੰ ਲਿਖਣ ਵਾਲੀ ਕਲਮ ਹੈ। ਇਹ ਤਾਂ ਰਹਿਬਰਾਂ ਦੇ ਜਿਹੜੇ ਅੱਖੀਂ ਦ੍ਰਿਸ਼ ਲਿਖੇ ਹੋਏ ਨੇ ਉਹ ਲਿਖਦੀ ਮੇਰੀ ਕਲਮ ਹੱਕ ਸੱਚ ਨੂੰ। ਇਹ ਕਲਮ ਦੇ ਨਾਲ ਕੋਈ ਗਲਤ ਫੈਸਲਾ ਨਹੀਂ ਹੋਇਆ ਪਿਆ। ਪਰ ਜ਼ੋਰ ਮੇਰੇ ਹੱਥ में पर जोर कलम है, सतगुरु की लिखूं वसब कहां तब रकम है। ਏਡੀ ਵੱਡੀ ਗੱਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਾਬਤ ਇੱਕ ਮੁਸਲਮਾਨ ਲਖਾਰੀ ਕਹੇ ਤੇ ਉਹਨੂੰ 7.5 ਸਾਲ ਮਸੀਤ ਦੀਆਂ ਪੌੜੀਆਂ ਤੇ ਨਾ ਚੜਨ ਦਿੱਤਾ ਮੁਸਲਮਾਨਾਂ ਨੇ। ਉਹ ਕਹਿੰਦੇ ਉਹ ਜੇ ਏਡੀ ਵੱਡੀ ਮਹਿਮਾ ਲਿਖਣੀ ਸੀ ਹਜ਼ਰਤ ਮੁਹੰਮਦ ਸਾਹਿਬ ਦੀ ਲਿਖ ਲੈਂਦਾ, ਹਜ਼ਰਤ ਇਬਰਾਹੀਮ ਦੀ ਲਿਖ ਦਿੱਤਾ। ਉਹ ਕਹਿੰਦਾ ਕਰਾਂ ਕੀ, ਜਦੋਂ ਮੈਂ ਹਜ਼ਰਤ ਇਬਰਾਹੀਮ ਵੱਲ ਤੱਕਦਾ ਹਾਂ, ਹਜ਼ਰਤ ਮੁਹੰਮਦ ਸਾਹਿਬ ਵੱਲ ਤੱਕਦਾ ਹਾਂ, ਹਜ਼ਰਤ ਈਸਾ ਵੱਲ ਤੱਕਦਾ ਹਾਂ, ਕਹਿੰਦੇ ਜਿਤਨੇ ਮੈਂ ਕ੍ਰਿਸ਼ਨ ਜੀ ਵੱਲ ਤੱਕਿਆ, ਰਾਮਚੰਦਰ ਜੀ ਵੱਲ ਤੱਕਿਆ, ਤੇ ਕਹਿਣ ਲੱਗੇ ਜੰਗ ਤਾਂ ਹੋਏ ਪਰ ਜਿਹੜਾ ਚਮਕੌਰ ਦੀ ਜੰਗ ਹੈ, ਚਮਕ ਹੈ ਮੇਰ ਕੀ ਚਮਕੌਰ तेरे जर्रों में जहां बन के सितारे गए समा के लिए। ਉਹ ਚਮਕੌਰ ਸਾਹਿਬ ਆਇਆ ਸੀ ਨਾ ਜੋਗੀ ਅੱਲਾ ਯਾਰ ਖਾਂ, ਫਤਿਹਗੜ੍ਹ ਸਾਹਿਬ ਵੀ ਉਹ ਜਦੋਂ ਸ਼ਹੀਦੀ ਸਭਾ ਹੁੰਦੀ ਸੀ ਇੱਥੇ ਵੀ ਬੋਲਦਾ ਹੁੰਦਾ ਸੀ ਜੋਗੀ ਅੱਲਾ ਯਾਰ ਖਾਂ ਆ ਕੇ। ਕਹਿੰਦੇ ਜਦੋਂ ਚਮਕੌਰ ਦੀ ਧਰਤੀ ਤੇ ਆਇਆ ਤੇ ਉਸਨੇ ਮਿੱਟੀ ਚੱਕੀ। ਕਹਿੰਦੇ ਹੁਣ ਗੁਰਮੁਖੋ ਇਹ ਸ਼ਰਧਾ ਦੀ ਗੱਲ ਹੈ। ਹੁਣ ਉਡਾਰੀ ਦੇਖੋ ਕਿੱਥੋਂ ਕਵੀ ਦੀ ਵੱਜ ਰਹੀ ਹੈ। ਹੁਣ ਪਿਆਰ ਹੈ ਨਾ, ਪਿਆਰ ਸਤਿਕਾਰ ਹੈ, ਪਿਆਰ ਦੀ ਦ੍ਰਿਸ਼ਟੀ ਨਾਲ ਕਲਗੀਧਰ ਪਾਤਸ਼ਾਹ ਜੀ ਨੂੰ ਤੱਕ ਰਿਹਾ। ਕਹਿੰਦਾ ਜਦੋਂ ਮੈਂ ਮਿੱਟੀ ਚੱਕੀ ਨਾ ਆਪਣੇ ਹੱਥ ਦੇ ਵਿੱਚ, ਉਹ ਮਿੱਟੀ ਦੇ ਵਿੱਚ ਕਹਿੰਦੇ ਚਮਕ ਸੀ, ਦੂਸਰੀਆਂ ਮਿੱਟੀਆਂ ਦੇ ਨਾਲ ਮਿਲਦੀ ਨਹੀਂ ਸੀਗੀ। ਤੇ ਆਂਦਾ ਫਿਰ ਮੈਂ ਉਸ ਮਿੱਟੀ ਨੂੰ ਇੱਕ ਜਿਹੜਾ ਸਵਾਲ ਹੈ ਉਹ ਕੀਤਾ। ਆਂਦਾ ਚਮਕੌਰ ਦੀ ਮਿੱਟੀ ਤੇਰੇ ਅੰਦਰ ਚਮਕ ਕਾਦੀ ਹੈ, ਦੂਸਰੀਆਂ ਮਿੱਟੀਆਂ ਦੇ ਨਾਲ ਤੂੰ ਕਿਉਂ ਨਹੀਂ ਰਲ ਲਈ? ਉਹ ਫਿੱਕੀਆਂ ਨੇ ਤੇਰੇ ਅੰਦਰ ਚਮਕ ਹੈ। ਤੇ ਅੱਗੋਂ ਨੇ ਚਮਕੌਰ ਦੀ ਮਿੱਟੀ ਨੇ ਜਵਾਬ ਦਿੱਤਾ ਜੋਗੀ ਅੱਲਾ ਯਾਰ ਖਾਂ ਦਾ। ਇਹ ਕਵੀ ਦੀ ਉਡਾਰੀ ਹੁੰਦੀ ਹੈ, ਇਹਨੂੰ ਹੁਣ ਆਮ ਬੰਦਾ ਨਹੀਂ ਨਾ ਸਮਝ ਸਕਦਾ। ਕਵੀ ਦੀ ਉਡਾਰੀ ਨੇ ਜਿਹੜਾ ਇਹ ਭਾਵਕ ਬਚਨ ਸੀਗਾ, ਆਤਮਿਕ ਗਿਆਨੀਆਂ ਦਾ ਬਚਨ ਸੀ, ਉਹ ਕੀਤਾ। ਤੇ ਉਦੋਂ ਚਮਕੌਰ ਦੀ ਮਿੱਟੀ ਨੇ ਕਿਹਾ ਜੋਗੀ ਜੀ ਜਿਹੜੀ ਮੇਰੇ ਅੰਦਰ ਚਮਕ ਹੈ ਨਾ, ਇਹ ਤਾਂ ਏ
ਇਸ ਮਿੱਟੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਫਰਜ਼ੰਦ ਬਾਬਾ ਜੀਤ ਸਿੰਘ ਔਰ ਬਾਬਾ ਜੁਝਾਰ ਸਿੰਘ ਜੀ ਦਾ ਜਿਹੜਾ ਸ਼ਹਾਦਤ ਇਹ ਖੂਨ ਮਿਲਿਆ ਹੋਇਆ ਹੈ। ਇਹ ਤਾਂ ਇਸ ਮਿੱਟੀ ਦੇ ਵਿੱਚ ਚਮਕ ਹੈ। ਬਸ ਹਿੰਦ में, ਉਹ ਕਹਿੰਦਾ ਮੈਨੂੰ ਕਹਿਣਾ ਪਈ ਇਹ ਗੱਲ, ਬਸ ਹਿੰਦ में ਇੱਕ ਤੀਰਥ ਹੈ ਯਾਤਰਾ ਕੇ लिए। ਉਹ ਦੁਨੀਆ ਦੇ ਲੋਕੋ, ਤੁਸੀਂ ਪ੍ਰਯਾਗਰਾਜ ਜਾਂਦੇ ਹੋ, ਤੁਸੀਂ ਹਰਿਦੁਆਰ ਜਾਂਦੇ ਹੋ, ਤੁਸੀਂ ਥਾਂ ਥਾਂ ਤੇ ਤੀਰਥਾਂ ਤੇ ਜਾਂਦੇ ਹੋ, ਛੱਡ ਦੋ ਸਭ ਕੁਝ। ਕਹਿੰਦੇ ਬਸ ਦੁਨੀਆ ਦੇ ਉੱਪਰ ਇੱਕ ਤੀਰਥ ਹੈ, बस हिंद में एक तीर्थ है यात्रा के लिए। कटाए बाप ने बच्चे जहां खुदा के लिए। चमक है मेर की चमकौर तेरे जर्रों में, जहां बन के सितारे गए समा के लिए। सत श्री अकाल। भावक होके मिट्टी ने क्या, ਇਹਦੇ ਵਿੱਚ ਸਤਾਰੇ ਸਾਹਿਬਜ਼ਾਦੇ ਹਨ, ਇਹਦੇ ਵਿੱਚ ਸਤਾਰੇ ਸਤਿਗੁਰੂ ਪਾਤਸ਼ਾਹ ਜੀ ਦਾ ਖਾਲਸਾ ਹੈ। ਗੁਰਮਖੋ, ਹਜ਼ਰਤ ਮੁਹੰਮਦ ਸਾਹਿਬ ਦੇ ਦੋ ਦੋਤਰੇ ਸ਼ਹੀਦ ਹੋਏ ਨੇ, ਜਿਨ੍ਹਾਂ ਦਾ ਨਾਮ ਸੀ ਹਸਨ ਤੇ ਹੁਸੈਨ। ਜੇ ਮੈਂ ਭੁੱਲਾਂ ਨਾ ਤਾਂ ਤੁਸੀਂ ਸਾਰੇ ਬੜੇ ਪੜ੍ਹੇ ਲਿਖੇ, ਕਿ ਡਰ ਵੀ ਲੱਗਦਾ, ਤੁਸੀਂ ਸਾਰੇ ਹੀ ਇੰਨੇ ਕਥਾ ਸੁਣਨੀਆਂ, ਇੱਥੇ ਹਰੇਕ ਨੂੰ ਬੜੀ ਮੁਸ਼ਕਲ ਪੈਦਾ ਹੋ ਜਾਂਦੀ ਹੈ ਗੱਲ ਕਹਿਣ ਲੱਗਿਆ। ਪਰ ਚੰਗੀ ਗੱਲ ਵੀ ਇੱਕ ਗੱਲੋਂ, ਵੀ ਜਦੋਂ ਕੋਈ ਕਥਾ ਕਰਦਾ ਤੇ ਉਹਨੂੰ ਸਵਾਲ ਜਵਾਬ ਵੀ ਹੋਣੇ ਚਾਹੀਦੇ ਹੈ, ਵੀ ਉਹ ਕਿੱਥੋਂ ਕਹਿ ਰਿਹਾ ਹੈ ਗੱਲ। ਹਸਨ ਤੇ ਹੁਸੈਨ ਦੋਤਰੇ ਹੋਏ ਨੇ ਹਜ਼ਰਤ ਮੁਹੰਮਦ ਸਾਹਿਬ ਦੇ। ਇਰਾਕ ਦੇ ਅੰਦਰ ਇੱਕ ਕੂਬਾ ਸ਼ਹਿਰ ਹੈ, ਉਹਦੇ ਨਾਲ ਹਟ ਕੇ ਇੱਕ ਫਰਾਤ ਨਦੀ ਹੈ, 40 ਕੋਹ ਦੀ ਦੂਰੀ ਤੇ। ਉੱਥੇ ਸ਼ੀਆ ਤੇ ਸੁੰਨੀ ਲੋਕਾਂ ਦਾ ਆਪਸੀ ਟਕਰਾਅ ਹੋਇਆ, ਜੰਗ ਹੋਇਆ। ਉਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਦੋ ਦੋਤਰੇ ਤੇ ਉਹਦਾ ਜਵਾਈ ਸ਼ਹੀਦ ਹੋ ਗਿਆ, ਹਸਨ ਤੇ ਹੁਸੈਨ ਹਜ਼ਰਤ ਅਲੀ। ਉਹਨਾਂ ਦੀ ਉਮਰ ਵੀ ਛੋਟੀ ਸੀਗੀ। ਤੇ ਗੁਰਮਖੋ, ਉਸ ਮੈਦਾਨ ਨੂੰ ਕਰਬਲਾ ਦਾ ਮੈਦਾਨ ਕਿਹਾ ਜਾਂਦਾ ਹੈ, ਕਰਬਲਾ ਦਾ ਮੈਦਾਨ। ਜਦੋਂ ਮੈਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਬਤੌਰ ਉੱਥੇ ਕਥਾ ਵੀ ਕਰਦਾ ਰਿਹਾ ਤੇ ਹੈਡ ਗ੍ਰੰਥੀ ਦੀਆਂ ਸਭਾਵਾਂ ਮੈਂ ਕੀਤੀਆਂ, ਤੇ ਉੱਥੇ ਇੱਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਸਤਰ ਪਿਆ, ਜਿਹਨੂੰ ਸੈਫ ਕਹਿੰਦੇ ਆ। ਉਹ ਸ਼ਸਤਰ ਸੈਫ ਜਿਹੜਾ ਨਾ, ਉਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਬਹਾਦਰ ਸ਼ਾਹ ਨੇ ਦਿੱਤਾ ਸੀਗਾ। ਜਦੋਂ ਬਹਾਦਰ ਸ਼ਾਹ ਨੂੰ ਦਿੱਲੀ ਦਾ ਤਖਤ ਮਿਲਿਆ, ਤੇ ਉਹ ਹਜ਼ਰਤ ਮੁਹੰਮਦ ਸਾਹਿਬ ਦੇ ਹੱਥਾਂ ਦਾ ਸ਼ਸਤਰ ਹੈ, 1400 ਸਾਲ ਪੁਰਾਣਾ। ਮੈਂ ਤਾਂ ਬੇਨਤੀ ਕੀਤੀ ਹੈ ਵੀ ਅੱਜ ਕੱਲ ਜਦੋਂ ਵੀ ਅਸੀਂ ਜਾਂਦੇ ਆ ਨਾ ਵੱਡੇ ਵੱਡੇ ਤੀਰਥਾਂ ਦੇ ਉੱਪਰ, ਸਾਡਾ ਇੱਕ ਹੀ ਗੱਲ ਹੁੰਦਾ ਵੀ ਜੇ ਤਾਂ ਗਰਮੀਆਂ ਤੇ ਏਸੀ ਰੂਮ ਮਿਲ ਜਾਏ, ਤੇ ਜੇ ਸਰਦੀਆਂ ਤੇ ਸਾਨੂੰ ਕਹਿੰਦੇ ਰੂਮ ਹੀਟਰ ਵਾਲਾ ਰੂਮ ਮਿਲ ਜਾਏ, ਬਸ ਇਹੀ ਗੱਲ ਹੁੰਦੀ ਹੈ। ਮੈਂ ਵੀ ਆਨੰਦਪੁਰ ਸਾਹਿਬ ਇੱਥੋਂ ਤੁਹਾਡੇ ਕੋਲੇ ਗਿਆ ਸੀਗਾ, ਮੈਨੂੰ ਬੜਿਆਂ ਨੇ ਫੋਨ ਕਰਨਾ, ਗਿਆ ਨਹੀਂ ਜੀ ਏਸੀ ਰੂਮ ਦਾ ਪ੍ਰਬੰਧ ਹੋ ਜਾਵੇ। ਮੈਂ ਕਿਹਾ ਭਲੋ ਚੱਲ ਪ੍ਰਬੰਧ ਤਾਂ ਹੋ ਜਾਵੇਗਾ, ਪਰ ਅਸੀਂ ਇਹ ਦੇਖੋ ਵੀ ਅਸੀਂ ਆਏ ਤਾਂ ਆਨੰਦਪੁਰ ਸਾਹਿਬ ਆ, ਤੇ ਪਰ ਇੱਥੇ 9 ਵਜੇ ਸ਼ਸਤਰਾਂ ਦੀ ਸੇਵਾ ਹੁੰਦੀ ਹੈ, ਦਿਖਾਉਂਦੀ ਹੈ, ਤੇ ਅਸੀਂ ਕਿਤੇ ਉਹਨਾਂ ਸ਼ਸਤਰਾਂ ਨੂੰ ਧਿਆਨ ਤੇ ਗੌਰ ਦੇ ਨਾਲ ਦੇਖਿਆ, ਆਪਣੇ ਬੱਚਿਆਂ ਨੂੰ ਦਿਖਾਇਆ ਵੀ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਸ਼ਸਤਰ ਹੈ, ਜਿਨ੍ਹਾਂ ਦੇ ਬਾਬਤ ਮਹਾਰਾਜ ਜੀ ਨੇ ਕਿਹਾ ਸੀ, ਬਿਨਾ ਸ਼ਸਤਰ ਕੇ ਸੰਗ ਨਰੰਗ ਭੇਟ ਜਾਨੋ, ਗਹੇ ਕਾਨ ਤਾਕੋ ਕਿਤੇ ਲੈ ਸਧਾਨੋ। ਇਹੀ ਮੇਰੀ ਮੋਰ ਆਗਿਆ ਸੁਣ ਲੈ ਪਿਆਰੇ, ਬਿਨਾ ਸ਼ਸਤਰ ਕੇ ਸੰਗ ਨਾ ਦੇਮੋ ਦਤਾਰੇ। ਕਦੇ ਉਹਨਾਂ ਸ਼ਸਤਰਾਂ ਦੇ ਬਾਰੇ ਤੱਕਿਆ ਜਾ ਕੇ, ਉਹ ਸ਼ਸਤਰ ਕਿੱਥੋਂ ਆਏ, ਉਹ ਸ਼ਸਤਰਾਂ ਦਾ ਇਤਿਹਾਸ ਕੀ ਹੈ। ਗੁਰਮਖੋ, ਖਿਆਲ ਕਰੋ, ਗੁਰੂ ਰਾਮਦਾਸ ਜੀ ਦੀ ਕਿਤੇ ਤੁਸੀਂ ਬਾਰਗਾਹ ਦੇ ਵਿੱਚ ਜਾਓ, ਇੱਕ ਪੱਲੂ ਲੈ ਕੇ ਜਾਮੋ ਤੇ ਪ੍ਰਕਰਮਾਂ ਵਿੱਚ ਸੱਟ ਕੇ ਸੌਂ ਜਾਇਆ ਕਰੋ, ਤੇ ਕਿਤੇ 2 ਵਜੇ ਵਾਲੀ ਸੇਵਾ ਕਰਿਆ ਕਰੋ। ਅਸੀਂ ਪਿਕਨਿਕ ਨਾ ਮਨਾਇਆ ਕਰੋ। ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤੇ ਬੱਚਿਆਂ ਨੂੰ ਨਾਲ ਲੈ ਕੇ ਕਹਿਣਾ, ਬੱਚਿਓ ਚਲੋ ਪਿਕਨਿਕ ਆਨੰਦਪੁਰ ਸਾਹਿਬ ਮਨਾਉਣ ਚੱਲੀਏ। ਉਹ ਗੁਰਮਖੋ, ਪਿਕਨਿਕ ਦਾ ਨਹੀਂ ਖਾੜਾ ਸੀ ਹੱਥ ਵਾਸਤੇ, ਹੱਥ ਜੋੜ ਕੇ ਵਾਸਤਾ ਪਾਈਏ। ਇਹ ਗੁਰਧਾਮ ਪਿਕਨਿਕ ਨਹੀਂ ਸੀਗੇ, ਇੱਥੋਂ ਤਾਂ ਇੱਕ ਮਰਦਿਆਂ ਨੂੰ ਇੱਕ ਜੀਵਨ ਮਿਲਦਾ ਸੀਗਾ। ਇੱਥੇ ਤਾਂ ਉਹ ਦਾਤ ਸੀਗੀ ਜਿੱਥੇ ਹੱਸ ਹੱਸ ਕੇ ਭਾਈ ਦਇਆ ਸਿੰਘ ਨੇ ਕਿਹਾ ਸੀ, ਮਹਾਰਾਜ ਦਾਸ ਦਾ ਸਹੀ ਹਾਜ਼ਰ ਹੈ।
ਨਹੀਂ, ਖਿਮਾ ਕਰ ਦਿਓ ਸਿੱਖੋ, ਮਿਹਰ ਕਰੋ ਸਿੱਖੋ। ਅਸੀਂ ਇਹਨਾਂ ਦਾਇਰਿਆਂ ਨੂੰ, ਇਹਨਾਂ ਕੰਪਲੈਕਸਾਂ ਨੂੰ, ਏਡੇ ਵੱਡੇ ਗੁਰੂ ਦੇ ਧਾਮਾਂ ਨੂੰ ਅਸੀਂ ਪਿਕਨਿਕ ਨਾ ਮਨਾਓ। ਉਹਨਾਂ ਨੂੰ ਇੱਕ ਭਾਵਨਾ ਦੀ ਅੱਖ ਦੇ ਨਾਲ ਕਿਤੇ ਜਾ ਕੇ ਤੱਕਿਆ ਕਰੋ ਕਿ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਇੱਥੇ ਖੇਡਦੇ ਸੀ, ਇੱਥੇ ਜਾਣ ਤੋਂ ਪਿਆਰਾ ਖਾਲਸਾ ਭੁੱਖਾ ਪਿਆਸਾ ਹੋ ਕੇ 9 ਮਹੀਨੇ ਬੈਠਾ ਰਿਹਾ। ਤੇ ਵੇਖੋ ਜੀ ਉਹਦਾ ਰਸ ਤੁਹਾਨੂੰ ਕਿੰਨਾ ਮਿਲਦਾ। ਹੱਥ ਜੋੜ ਕੇ ਤਾਂ ਬੇਨਤੀ ਕੀਤੀ, ਤੁਸੀਂ ਆਨੰਦਪੁਰ ਸਾਹਿਬ ਜਾਵੋ ਤੇ ਇਹ ਸੋਚ ਕੇ ਜਾਵੋ ਵੀ ਅਸੀਂ 9 ਵਜੇ ਸਤਿਗੁਰੂ ਜੀ ਦੇ ਦਰਸ਼ਨ ਹੁੰਦੇ ਨੇ ਸ਼ਾਸਤਰਾਂ ਦੇ, ਉਹ ਸ਼ਾਸਤਰ ਜਿਹੜੇ ਕਲਗੀਧਰ ਪਾਤਸ਼ਾਹ ਜੀ ਆਪਣੇ ਕਰ ਕਮਲਾ 'ਚ ਲੈ ਕੇ ਰਹਿੰਦੇ ਸੀਗੇ, ਉਹਨਾਂ ਦੇ ਦਰਸ਼ਨ ਕਰੀਏ, ਬੱਚਿਆਂ ਨੂੰ ਦੱਸੀਏ। ਉਹ ਸ਼ਾਸਤਰ ਸੈਫ ਹੈ, ਉਹ ਬਹਾਦਰ ਸ਼ਾਹ ਨੇ ਸਤਿਗੁਰੂ ਜੀ ਨੂੰ ਦਿੱਤਾ ਸੀਗਾ। ਤਾਜਪੋਸ਼ੀ ਜਦੋਂ ਬਹਾਦਰ ਸ਼ਾਹ ਦੀ ਹੋਈ ਨਾ ਤੇ ਮਹਾਰਾਜ ਨੇ ਕਿਹਾ ਸੀ, ਮਹਾਰਾਜ ਇਹ ਪਕੰਬਰਾਂ ਦਾ ਸ਼ਾਸਤਰ ਆ ਤੇ ਤੁਸੀਂ ਸਭ ਤੋਂ ਦੁਨੀਆ ਤੋਂ ਵੱਡੇ ਪਕੰਬਰ ਹੋ ਤੇ ਮਹਾਰਾਜ ਤੁਹਾਨੂੰ ਸੋਭਾ ਪਾਵੇਗਾ। ਇਹ ਕਰਬਲਾ ਦੇ ਮੈਦਾਨ ਦੇ ਵਿੱਚ ਵਰਤਿਆ ਹੋਇਆ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਹੱਥਾਂ ਦੇ ਨਾਲ ਛੋਇਆ ਹੋਇਆ ਤੇ ਸਤਿਗੁਰੂ ਜੀ ਹਜ਼ਰਤ ਅਲੀ ਦਾ ਇਹ ਸ਼ਾਸਤਰ ਹੈ। ਮੈਂ ਤਾਂ ਬੇਨਤੀ ਕੀਤੀ, ਉਹ ਕਰਬਲਾ ਦਾ ਮੈਦਾਨ ਜਿਹੜਾ ਨਾ ਕੂਬਾ ਸ਼ਹਿਰ ਦੇ ਵਿੱਚ, ਉੱਥੇ ਜਦੋਂ ਉਹ ਦਿਨ ਆਉਂਦਾ ਨਾ, ਜਦੋਂ ਉਹਨਾਂ ਦੀ ਸ਼ਹਾਦਤ ਦਾ ਦਿਨ ਹੁੰਦਾ, ਜਿਵੇਂ ਸਾਡਾ ਵੀ ਹਫ਼ਤਾ ਇੱਕ ਚੱਲਦਾ ਨਾ ਸ਼ਹੀਦੀ ਸਭਾ, ਤੇ ਮੁਸਲਮਾਨਾਂ ਦੀ ਵੀ ਚੱਲਦੀ ਹੈ, ਉਹਨਾਂ ਦਾ 40 ਦਿਨ ਹੁੰਦੇ ਨੇ। ਕਹਿੰਦੇ 40 ਦਿਨ ਉਹਨਾਂ ਦੇ ਅੰਦਰ ਇੰਨੇ ਗਮਨਗੀਨ ਹੁੰਦੇ ਨੇ, ਨਾ ਸੌਂਦੇ ਨੇ ਨਾ ਉਹ ਰੋਟੀ ਖਾਂਦੇ ਨੇ, ਨੇਤਰਾਂ ਉਹਨਾਂ ਦੇ ਜ਼ਲ ਥਲ ਹੁੰਦੀ ਹੈ। ਕਹਿਣ ਲੱਗੇ ਉਹਨਾਂ ਦੇ ਹਰੇਕ ਇਸਲਾਮੀਆਂ ਦਾ ਸਿਰ ਪਕੜੇ ਹੁੰਦੇ ਨੇ। ਹਰੇਕ ਇਸਲਾਮੀ ਨੇ ਜਾ ਕਰਕੇ ਹਸਨ ਤੇ ਹਸੈਨ ਤੇ ਜਿੱਥੇ ਸ਼ਹਾਦਤ ਹੋਈ ਉੱਥੇ ਜਾ ਕੇ ਸਜਦਾ ਕਰਦੇ ਨੇ। ਜੋਗੀ ਅੱਲਾ ਯਾਰ ਖਾਨ ਨੇ ਲਿਖਿਆ, ਉਹ ਕਹਿੰਦਾ ਸਿੱਖੋ, ਇੱਕ ਬੱਚਿਆਂ ਦੀ ਸ਼ਹਾਦਤ ਹੋਈ ਹਸਨ ਤੇ ਹਸੈਨ ਦੀ, ਜਿਨ੍ਹਾਂ ਦਾ ਆਪਸੀ ਟਕਰਾਅ ਸੀਗਾ ਸੀਆ ਸੁੰਨੀ ਲੋਕਾਂ ਦਾ, ਉਹਨੂੰ ਸ਼ਹਾਦਤ ਨਹੀਂ ਅਸੀਂ ਕਹਿ ਸਕਦੇ, ਉਹ ਆਪਸੀ ਉਹਨਾਂ ਦੀ ਰੰਜਿਸ਼ ਸੀਗੀ ਤੇ ਉਹਨਾਂ ਨੇ ਸ਼ਹੀਦੀ ਬਣਾ ਕਰਕੇ ਹਰੇਕ ਇਸਲਾਮੀ ਲੋਕ ਜਾਂਦੇ ਨੇ ਉਹਨਾਂ ਨੂੰ ਸਜਦਾ ਕਰਨ। ਕਹਿੰਦਾ ਸਿੱਖੋ, ਮੈਂ ਤਾਂ ਐਡਾ ਹੈਰਾਨ ਹੋਇਆ, ਜਿੱਥੇ ਛੋਟੀ ਛੋਟੀ ਉਮਰ ਦੇ ਬੱਚੇ ਨੀਹਾਂ ਦੇ ਵਿੱਚ ਚਿਣੇ ਜਾਣ ਤੇ ਅੱਜ ਵੀ ਮਾਵਾਂ ਜਾ ਕਰਕੇ ਉੱਥੇ ਬੱਚਿਆਂ ਨੂੰ ਖੇਡਾਂ ਦਿਵਾਉਣ ਤੇ ਕਹਿਣ ਬੱਚਿਓ ਇੱਥੋਂ ਖੇਡਾਂ ਲਵੋ। ਜਦੋਂ ਖੇਡਣ ਦੀ ਉਮਰ ਸੀਗੀ ਤੇ ਜਿਹੜੇ ਬੱਚਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ, ਉਹਨਾਂ ਦਾ ਮਾਂ ਨੇ ਜਾ ਕੇ ਇਤਿਹਾਸ ਨਹੀਂ ਦਿਖਾਇਆ, ਸਿੱਖੋ ਤੁਸੀਂ ਕਦੋਂ ਬਖਸ਼ੇ ਜਾਓਗੇ। ਉਹਦਾ ਮੈਂ ਇੱਕ ਸ਼ੇਰ ਪੜ੍ਹ ਕੇ ਆਪਾਂ, ਉਹ ਕਹਿੰਦਾ ਗਿਲਾ ਨਹੀਂ ਤਵੱਜੋ ਦਿਲਾਨਾ ਚਾਹਤਾ ਹੂੰ। ਤੁਹਾਡੇ ਨਾਲ ਮੇਰਾ ਕੋਈ ਗਿਲਾ ਸ਼ਿਕਵਾ ਥੋੜੋ ਆ, ਤੁਸੀਂ ਸਿੱਖ ਹੋ, ਮੈਂ ਮੁਸਲਮਾਨ ਆ। ਗਿਲਾ ਨਹੀਂ तवज्जो दिलाना चाहता हूं, मैं तो ध्यान दिवावा, अपील करता हूं सिंहों के करबला के लिए। मैं दोवें हाथ जोड़ के वास्ता पाउणा, एक बारी तुसी जिथे छोटे साहबजादे बड़े साहबजादे शहीद होए ने, उन्हें करबला शब्द वरत्या तां करके क्योंकि अपने धर्म दा सी ना, उन्हें उहदे नाल तुलना कीती है। कहंदा अपील करता हूं सिंहों के करबला के लिए, मैं दोवें हाथ जोड़ के अपील करदा हां, बेनती करदा, एक बारी सिंहां दे करबला ते जरूर जाया करो, उत्थे जरूर जाके नत नमस्तक होया करो। ये शास्त्रां दी गल हुंदी है। सतगुरु पातशाह महाराज जी दे जिहड़े अगे बचन आ रहे हन, आओ मन दी एकाग्रता बनाइए, सतगुरु पातशाह महाराज जी दे पावन शब्दां दे इतिहास दे शब्दां नूं पढ़िए जी। करो बचावन पुर निकसै कै। महाराज पातशाह जी कहन लगे असी तुहानू बचावांगे ते तुसी निकल जावोगे जी। भयो कष्ट चित कयो न जाए। महाराज जी कहंदे तुसी कष्ट ना कहो, थोड़ा जिहा चित दे विच ठहराओ रखो जी। बैठी बाहर जाए निज थाए। बाहर जाके कुछ समा तुसी बैठ जावो जी। मिलकर सिंह जाए टिग बैसे। मिल करके जेड़े सिंह सी सतगुरु पातशाह महाराज जी दे कोले बैठे हन। एक इम संकट सब को तैसे। कहंदे एक अद्धा जेड़ा संकट दुख है वो तिवें प्रकार करके। मात बिलोचन ते जल जावत। कहंदे माता गुजर कौर जी दे नेत्रां दे विचों जेड़ा जल है ना, पानी है, आपदे सिखां दे वल देखिया, जान तो प्यारे पोतरियां दे वल वेखिया ते मां दा फिर जेड़ा हिरदा वो बड़ा कोमल ही हुंदा है। मां जो सीगी
ਮਾਂ ਫਿਰ ਆਪਣੇ ਪੁੱਤਰਾਂ ਦਾ ਦੁੱਖ ਨਹੀਂ ਨਾ ਸਾਰ ਸਕਦੀ ਸੀਗੀ ਤੇ ਮਾਂ ਦੇ ਨੇਤਰਾਂ ਦੇ ਵਿੱਚੋਂ ਜਲ ਵਹਿ ਤੁਰਿਆ ਜੀ। ਧੰਨ ਧੰਨ ਮਾਤਾ ਗੁਜਰ ਕੌਰ ਜੀ। ਬਾਰ ਬਾਰ ਪਹੁੰਚਤ ਦੁਖ ਪਾਵਤ, ਬਾਰ-ਬਾਰ ਆਪਣੇ ਨੇਤਰਾਂ ਨੂੰ ਧੰਨ ਮਾਤਾ ਗੁਜਰ ਕੌਰ ਜੀ ਕਹਿੰਦੇ ਪੂੰਝਦੀ ਹੈ ਤੇ ਥੋੜਾ ਜਿਹਾ ਹਿਰਦਾ ਜਿਹੜਾ ਹੈ ਉਹ ਦੁਖੀ ਹੋ ਰਿਹਾ ਹੈ। ਮਹਿਲ ਗੁਰੂ ਕੇ ਦੋਨੋਂ ਰੋਦਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਨੇ ਮਹਿਲ, ਧੰਨ ਧੰਨ ਮਾਤਾ ਸੁੰਦਰੀ ਜੀ ਔਰ ਧੰਨ ਧੰਨ ਮਾਤਾ ਸਾਹਿਬ ਦੇਵਾ ਜੀ। ਤੇ ਤੀਸਰੇ ਮਹਿਲ ਤਾਂ ਮਾਤਾ ਜੀ ਦੇ ਸੱਚਖੰਡ ਚਲੇ ਗਏ ਸੀ, ਸਤਿਗੁਰੂ ਜੀ ਦੇ ਮਹਿਲ ਮਾਤਾ ਜੀਤਾ ਜੀ ਕਹਿੰਦੇ ਦੋਨੇ ਮਹਿਲ ਸਤਿਗੁਰੂ ਜੀ ਦੇ ਕੋਲੇ ਖੜੋਤੇ ਤੇ ਉਹ ਵੀ ਨੇਤਰਾਂ ਦੇ ਵਿੱਚੋਂ ਜਲ ਵਹਿ ਰਿਹਾ ਹੈ। ਬੈਠੀ ਸਾਸ ਸਮੀਪ ਅਮੋਦਤ, ਕਹਿੰਦੇ ਬਹੁਤ ਜਿਹੜੇ ਰੋਂਦੇ ਹੋਏ ਬੈਠੇ ਨੇ ਕੋਲੇ, ਸਮੀਪ ਕੋਲੇ ਮਹਾਰਾਜ ਪਾਤਸ਼ਾਹ ਜੀ ਦੇ ਸੱਸ ਵੀ ਥੋੜੇ ਜੇ ਉਹਨਾਂ ਦਾ ਜਿਹੜਾ ਚਿੱਤ ਹੈ ਉਹ ਡੋਲ ਰਿਹਾ ਹੈ ਜੀ। ਤਿਮਹੀ ਬਿਆਕਲ ਸਿੰਘ ਬਿਸਾਲੇ, ਇਸ ਤਰ੍ਹਾਂ ਜਿਹੜੇ ਸਿੰਘ ਨੇ ਬੜੇ ਵਿਆਕਲ ਹੋ ਕੇ ਸਤਿਗੁਰੂ ਜੀ ਦੇ ਕੋਲੇ ਬੈਠੇ ਹਨ। ਵਿਖੇ ਮਾਤ ਲੋਚਨ ਜਲ ਡਾਲੇ, ਕਹਿੰਦੇ ਸਿੰਘਾਂ ਨੇ ਦੇਖਿਆ ਵੀ ਮਾਤਾ ਜੀ ਦੇ ਨੇਤਰਾਂ ਦੇ ਵਿੱਚੋਂ ਜਲ ਵਹਿ ਰਿਹਾ ਹੈ। ਕੁਛ ਕਰ ਸਕੇ ਨਾ ਬਹੁ ਬਿਕਲਾਏ, ਹੁਣ ਸਿੰਘ ਵੀ ਕਹਿੰਦੇ ਕੁਝ ਨਹੀਂ ਕਰ ਸਕਦੇ, ਬੜੇ ਵਿਆਕਲ ਹੋਏ ਹਨ। ਨਿਕਰਨ ਠੀਕ ਮਤੋ ਠਹਿਰਾਏ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਨਿਕਲਣ ਵਾਸਤੇ ਜਿਹੜੀ ਮਤ ਹੈ ਉਸ ਦੀ ਵਰਤੋਂ ਕਰ ਰਹੇ ਨੇ ਵੀ ਇਥੋਂ ਕਿਵੇਂ ਨਿਕਲਿਆ ਜਾਵੇ। ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਕਿਲੇ ਵਿੱਚ ਉਸ ਖਾਲਸਾ ਜੀਓ ਅਸੀਂ ਇੱਕ ਗੱਲ ਕਹਿ ਦਈਏ ਕਿ 9 ਮਹੀਨੇ ਜਿਹੜਾ ਵੱਡਾ ਘੇਰਾ ਪੈ ਰਿਹਾ ਤੇ ਜੇ ਅਸੀਂ ਕਹਿਣਾ ਬੜਾ ਸੌਖਾ ਹੈ, ਉਸ ਥਾਂ ਤੇ ਕਿਤੇ ਆਪਣੇ ਆਪ ਨੂੰ ਰੱਖ ਕੇ ਦੇਖੋ, ਅਸੀਂ 9 ਦਿਨ ਵੀ ਨਹੀਂ ਸਨ ਕੱਢਨੇ। ਇਸ ਕਰਕੇ ਉਹ ਵੀ ਖਾਲਸਾ ਧੰਨ ਸੀਗਾ। ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ। ਕੱਲ ਦੀ ਕਥਾ ਤੁਹਾਨੂੰ ਗਿਆਨੀ ਜੀ ਹੋਣੀ ਜੋ ਰੋਜ਼ ਹੀ ਸੁਣਾਉਂਦੇ ਨੇ ਉਹ ਆਪ ਜੀ ਨੂੰ ਸਰਵਣ ਕਰਵਾਉਣਗੇ ਜੀ। ਗੁਰੂ ਕਿਰਪਾ ਕਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਮਿਹਰ ਕਰਨ ਜੀ। ਜਿਹੜਾ ਸਮਾਗਮ ਚੱਲ ਰਿਹਾ ਹੈ ਇਸ ਸਮਾਗਮ ਨਾਨਕਸਰ ਕੁਟੀਆ ਦਾ ਹੈ। ਉੱਥੇ ਇੱਕ ਪਿਛਲੇ ਜਨਵਰੀ ਤੋਂ ਲੈ ਕਰਕੇ ਤੇ ਖਾਲਸਾ ਜੀ ਜੋ 5 ਫਰਵਰੀ ਤੱਕ ਚੱਲ ਰਿਹਾ ਹੈ, ਹਰ ਰੋਜ਼ ਹੀ ਇਸ ਸਮਾਗਮ ਦੇ ਵਿੱਚ ਸਿੰਘ ਸਹਿਬਾਨ ਤੇ ਗੁਰਮਖੋ ਚੰਗੇ ਗੁਣੀ ਗਿਆਨੀ ਤੇ ਜਿਹੜੇ ਰਾਗੀ ਜਥੇ ਦੇ ਚੰਗੇ ਕੀਰਤਨੀ ਗੁਰੂ ਘਰ ਦੇ ਉਹ ਹਾਜ਼ਰੀਆਂ ਭਰ ਰਹੇ ਨੇ। ਤੇ ਅੱਜ ਵੀ ਇਸੇ ਤਰ੍ਹਾਂ ਹੀ 10 ਦੀ ਹਾਜ਼ਰੀ 8 ਤੋਂ 9 ਤੇ ਆਪ ਜੀ ਵੀ ਜਿਤਨਾ ਹੀ ਸਮਾਂ ਹੋ ਸਕੇ ਨਾਨਕਸਰ ਕੁਟੀਆ ਮਹਾਂਪੁਰਖਾਂ ਦੇ ਵੱਲੋਂ ਸਮਾਗਮ ਹਰ ਸਾਲ ਕਰਵਾਏ ਜਾਂਦੇ ਨੇ ਤੇ ਆਪ ਜੀ ਵੀ ਉਸ ਸਮਾਗਮ ਦੇ ਵਿੱਚ ਪਹੁੰਚ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੀਰਤਨ ਕਥਾ ਦੇ ਲਾਹੇ ਕਰੋ ਜੀ। ਇੱਕ ਬੇਨਤੀ ਕਹਿ ਕੇ ਮੈਂ ਸਮਾਪਤੀ ਕਰਾਂ, ਸਾਰੀ ਸੰਗਤ ਬੈਠੀ ਰਹੋ ਜੀ ਕਿ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਉਹ ਪੋਹ ਸੁਦੀ 7ਵੀਂ ਸਤਿਗੁਰੂ ਪਾਤਸ਼ਾਹ ਜੀ ਦਾ ਅੰਗਰੇਜ਼ੀ ਤਰੀਕ 20 ਤਰੀਕ ਹੈ। ਅੱਜ ਸਾਡੇ ਅੰਦਰ ਬੜਾ ਵੱਡਾ ਵਖਰੇਵਾਂ ਪਾਇਆ ਜਾਂਦਾ ਹੈ। ਉਹੀ ਗੱਲ ਆ ਜਾਂਦੀ, ਕੁਝ ਅਪਗ੍ਰੇਡ ਹੈ। ਉਹ ਕਹਿੰਦੇ ਜੀ 4-5 ਜਿਹੜਾ ਜਨਵਰੀ ਦਾ ਪੱਕਾ ਹੀ ਰੱਖ ਦੋ। ਖਾਲਸਾ ਜੀਓ ਤੁਸੀਂ ਸਿਆਣੇ ਬੈਠੇ ਹੋ। ਈਸਾਈਆਂ ਦਾ ਜਿਹੜਾ ਗੁੱਡ ਫਰਾਈਡੇ ਹੈ, ਮਹਾਤਮਾ ਬੁੱਧ ਦੇ ਵਾਹਿਗੁਰੂ ਜੀ ਮਹਾਤਮਾ ਜਿਹੜਾ ਆਪਣਾ ਮਹਾਤਮਾ ਬੁੱਧ ਦੇ ਜਿਹੜੇ ਭਿਕਸ਼ੂ ਲੋਕ ਨੇ ਉਹ ਬੁੱਧ ਜਯੰਤੀ ਮਨਾਉਂਦੇ ਨੇ। ਇਸੇ ਤਰ੍ਹਾਂ ਇਸਲਾਮੀ ਲੋਕ ਉਹਨਾਂ ਦੀਆਂ ਈਦਾਂ ਬਕਰੀਦਾਂ ਮਨਾਈਆਂ ਜਾਂਦੀਆਂ ਨੇ। ਉਹਨਾਂ ਦੇ ਵਿੱਚ ਹਰ ਸਾਲ ਬਦਲਾਅ ਆ ਜਾਂਦਾ ਹੈ। ਉਹਨਾਂ ਨੂੰ ਮਹਾਤਮਾ ਬੁੱਧ ਦੇ ਭਿਕਸ਼ੂਆਂ ਨੂੰ ਕੋਈ ਇਤਰਾਜ਼ ਨਹੀਂ, ਈਸਾਈਆਂ ਨੂੰ ਕੋਈ ਇਤਰਾਜ਼ ਨਹੀਂ ਸਾਡੇ ਗੁੱਡ ਫਰਾਈਡੇ ਦਾ। ਇਸੇ ਕਰਕੇ ਇਸਲਾਮ ਲੋਕਾਂ ਨੂੰ ਈਦ ਬਕਰੀਦ ਦਾ ਕੋਈ ਇਤਰਾਜ਼ ਨਹੀਂ। ਇਸੇ ਕਰਕੇ ਅੰਗਰੇਜ਼ੀ ਤਰੀਕਾਂ ਉਹਨਾਂ ਦੀਆਂ ਬਦਲ ਜਾਂਦੀਆਂ ਨੇ ਤੇ ਸਾਡੇ ਕੁਝ ਇਹੋ ਜਿਹੇ ਉੱਠੇ ਨੇ, ਇਹ ਕਹਿੰਦੇ ਜੀ ਸਾਨੂੰ ਬੜਾ ਵੱਡਾ ਇਤਰਾਜ਼ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਤਰੀਕ ਫਿਕਸ ਹੋਣੀ ਚਾਹੀਦੀ ਹੈ। ਗੁਰਮਖੋ ਖਿਆਲ ਕਰੋ ਜੀ 1723 ਸੰਮਤ ਨੂੰ ਉਹ ਸੁਦੀ 7ਵੀਂ ਨੂੰ ਤੇ ਉਸ ਦਿਨ ਅੰਗਰੇਜ਼ੀ ਤਰੀਕ 22 ਦਸੰਬਰ ਸੀਗੀ ਜਦੋਂ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਇਸ ਕਰਕੇ ਅੰਗਰੇਜ਼ੀ ਤਰੀਕ ਚੇਂਜ ਹੋ ਜਾਵੇ ਉਹ ਵੱਖਰੀ ਗੱਲ ਹੈ, ਉਹ ਸੁਦੀ 7ਵੀਂ ਹੀ ਰਹਿਣੀ ਹੈ। ਪਰ ਉਹ ਹੁਣ ਵੱਖਰੀ ਗੱਲ ਹੈ ਜੇ ਸਾਨੂੰ ਸਦੀ ਤੇ ਬੁੱਧੀ ਦਾ ਪਤਾ ਹੀ ਨਹੀਂ ਹੈਗਾ। ਮੱਸਿਆ ਤੋਂ ਅਗਲਾ ਦਿਨ ਸੁਦੀ ਦਾ ਹੁੰਦਾ ਹੈ ਤੇ ਪੂਰਨਮਾਸੀ ਤੋਂ ਅਗਲਾ ਦਿਨ ਬੁੱਧੀ ਦਾ ਹੁੰਦਾ ਹੈ। ਇਸ ਕਰਕੇ ਗੁਰਮਖੋ ਮੱਸਿਆ ਭਾਵੇਂ ਹੁਣ ਕਹਿੰਦੇ ਜੀ ਅਸੀਂ ਮਾਘ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਗਿਆ, ਪਰ ਜਿਹੜੀ ਮੱਸਿਆ ਹੀ ਉਹ ਪੋਹ ਚ ਆਈ ਹੈ। ਪੋਹ ਤੋਂ ਮੱਸਿਆ ਤੋਂ ਅਗਲਾ ਦਿਨ ਜਿਹੜਾ ਸੀਗਾ ਉਹ ਮਾਘ ਦਾ ਸੀਗਾ। ਪੋਹ ਦੀ ਮੱਸਿਆ ਤੋਂ ਜਿਹੜਾ 7ਵਾਂ ਦਿਨ ਹੈ ਉਹ ਸਤਿਗੁਰੂ ਜੀ ਦੇ ਪ੍ਰਕਾਸ਼ ਦਾ ਹੁੰਦਾ ਹੈ।
ਅਸੀਂ ਦੇਸੀ ਸੰਮਤ ਕਿਉਂ ਨਹੀਂ ਅਪਣਾਉਂਦੇ? ਇਸ ਕਰਕੇ ਸਾਡੇ ਵਿੱਚ ਬੜੇ ਵੱਡੇ ਇਹ ਭੁਲੇਖੇ ਪਾਏ ਜਾ ਰਹੇ ਨੇ। ਸਿੱਖੋ, ਤੁਸੀਂ ਸਿਆਣਿਆਂ ਤਾਂ ਇਹ ਬਚਨ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ। ਤੁਸੀਂ ਇੱਕ ਚੇਤੇ ਰੱਖੋ ਕਿ ਪੋਹ ਸੁਦੀ ਸੱਤਵੀਂ, ਉਹ ਭਾਵੇਂ 5 ਤਰੀਕ ਨੂੰ ਆਵੇ ਜਾਂ 10 ਜਨਵਰੀ ਨੂੰ ਆਵੇ ਜਾਂ ਉਹ ਦਸੰਬਰ ਚ ਆਵੇ, ਅਸੀਂ ਅੰਗਰੇਜ਼ੀ ਤਰੀਕ ਨਾਲ ਸਿੱਖਾਂ ਦਾ ਕੋਈ ਵਾਸਤਾ ਨਹੀਂਗਾ। ਅਸੀਂ ਸਤਿਗੁਰੂ ਜੀ ਦਾ ਜਿਹੜਾ ਪ੍ਰਕਾਸ਼ ਆ ਉਹ ਸੰਮਤ ਦੇ ਅਨੁਸਾਰ ਹੀ ਮਨਾਵਾਂਗੇ ਜੀ। ਹੋਇਆ ਸੁਖੋਂ ਭੁੱਲਾਂ ਦੀ ਖਿਮਾ, ਹੇ ਅਚੁੱਤ ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਬਵੇਤ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਿਆਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਹੇ ਆਧਾਰ, ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਰਾਖੋਈ ਐ ਪਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਜੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਮ ਦੇ, ਗੁਰ ਪਾਰੇ ਉਤਾਰ ਨਿਹਾਰ, ਜੋ ਸ਼ਰਧਾ ਕਰ ਸੇਮ ਦੇ, ਗੁਰ ਪਾਰੇ ਉਤਾਰ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।